ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਚੰਗਾ ਨਹੀਂ ਕਰਦੇ ਤੁਸੀਂ, ਮੈਨੂੰ ਟੇਢਾ ਜਿਹਾ ਤੱਕਣ ਦੀ ਆਦਤ ਪਾਈ ਜਾਂਦੇ ਹੋ। ਸਵੇਰੇ ਕੇਜਰੀਵਾਲ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਸੀ, ਮੇਰੀ ਨਜ਼ਰ ਮੁੜ ਘੁੜ ਕੇ ਭਗਵੰਤ ਮਾਨ ਦੇ ਚਿਹਰੇ ਤੇ ਬਾਡੀ ਲੈਂਗੁਏਜ ਤੇ ਜਾਈ ਜਾਂਦੀ ਸੀ। ਸ਼ਬਦ ਚੋਣ ਤੋਂ ਲੈ ਕੇ ਮੈਂ ਹਰ ਹਾਵ ਭਾਵ ਦੇ ਉੱਤੇ ਨਜ਼ਰ ਟਿਕਾਈ ਰੱਖੀ। ਮੈਨੂੰ ਉਹਦੇ ਲਫ਼ਜ਼ਾਂ ਨਾਲ ਉਹਦੇ ਚਿਹਰੇ ਦੀ ਮੇਲ ਮੁਲਾਕਾਤ ਬਹੁਤੀ ਵਧੀਆ ਲੱਗੀ ਨਹੀਂ। ਜੋ ਵੀ ਕਿਹਾ, ਜਿਸ ਤਰ੍ਹਾਂ ਵੀ ਕਿਹਾ, ਤੁਸੀਂ ਇੱਕ ਵਾਰੀ ਫਿਰ ਸੁਣ ਲਿਓ ਦੋਸਤੋ। ਭਗਵੰਤ ਮਾਨ ਦੀ ਮਰਜ਼ੀ ਨਹੀਂ ਸੀ ਜੋ ਕੇਜਰੀਵਾਲ ਦੇ ਲਫ਼ਜ਼ ਸੀ, ਇਹ ਤਾਂ ਸਾਫ਼ ਆ। ਹੁਣ ਕੇਜਰੀਵਾਲ ਦੀ ਮਨਸ਼ਾ ਕੀ ਸੀ, ਇਹ ਦਿਲਚਸਪ ਹੈ ਜਾਣਨਾ। ਸਾਰੇ ਕਹੀ ਜਾਂਦੇ ਆ ਕਿ ਭਗਵੰਤ ਮਾਨ ਨੂੰ ਪਾਸੇ ਕਰਨ ਲਈ ਕੇਜਰੀਵਾਲ ਦਾ ਇਹ ਨਜ਼ਰੀਆ ਸੀ। ਕਿਸੇ ਹੋਰ ਨੂੰ ਅੱਗੇ ਵਧਾਉਣ ਲਈ ਕੇਜਰੀਵਾਲ ਕਹਿੰਦੇ ਨੇ ਕਿ ਭਗਵੰਤ ਮਾਨ ਘਰੋਂ ਜਾ ਕੇ ਲੈ ਕੇ ਆਉਣਗੇ ਜਿਹਦਾ ਵੀ ਨਾਂ ਪੰਜਾਬੀ ਦੇਣਗੇ। ਉਹ ਇਹ ਵੀ ਕਹਿੰਦੇ ਆ ਕਿ ਭਗਵੰਤ ਮਾਨ ਨੂੰ ਮੈਂ ਤਾਂ ਵਧਾਉਣਾ ਚਾਹੁੰਦਾ ਸੀ ਬਤੌਰ ਮੁੱਖ ਮੰਤਰੀ ਲੀਡਰ ਵਜੋਂ ਅੱਗੇ, ਪਰ ਭਗਵੰਤ ਮਾਨ ਨੇ ਕਿਹਾ ਕਿ ਬੰਦ ਕਮਰਿਆਂ 'ਚ ਨਹੀਂ ਗੱਲ ਬਣਦੀ, ਆਪਾਂ ਲੋਕਾਂ ਦੀ ਰਾਏ ਲਈਏ। ਹੁਣ ਇਹਦੇ ਅੱਗੇ ਕਿੰਨੇ ਸਵਾਲ ਆ। ਆਖਰ ਮਕਸਦ ਕੀ ਆ ਕੇਜਰੀਵਾਲ ਦਾ? ਕੀ ਕੁਝ ਇਹਦੇ ਵਿੱਚ ਹੋ ਸਕਦਾ? ਕੀ ਕੋਈ ਇੰਟਰਨਲ ਸਰਵੇ ਵੀ ਹੈ ਜਿਹਨੇ ਭਗਵੰਤ ਮਾਨ ਨੂੰ ਅੱਗੇ ਵਧਾਉਣ ਤੋਂ ਰੋਕਤਾ, ਜਾਂ ਕੇਜਰੀਵਾਲ ਦੇ ਅੰਦਰ ਕੋਈ ਹੋਰ ਖਾਹਿਸ਼ ਪਲਦੀ ਹੈ? ਹਾਲਾਂਕਿ ਉਹਨਾਂ ਨੇ ਆਪਣੇ ਚਿਹਰੇ ਵਜੋਂ ਇਨਕਾਰ ਕਰਤਾ ਹੈ, ਲੇਕਿਨ ਸਾਡੇ ਕੋਲ ਕੁਝ ਇਸ ਤਰ੍ਹਾਂ ਦੀਆਂ ਦਲੀਲਾਂ ਤੇ ਤਰਕ ਨੇ ਜਿਨ੍ਹਾਂ ਦੇ ਉੱਤੇ ਅੱਗੇ ਗੱਲ ਵੱਧ ਸਕਦੀ ਆ। ਅਸੀਂ ਇਸ ਗੱਲ ਤੇ ਸਿੱਧੇ ਖੜੇ ਨਹੀਂ ਕਿ ਕੇਜਰੀਵਾਲ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦਾ, ਕਿਸੇ ਹੋਰ ਚਿਹਰੇ ਨੂੰ ਅੱਗੇ ਲਿਆਉਣਾ ਚਾਹੁੰਦਾ, ਪਰ ਗੱਲਾਂ ਕੁਝ ਹੋਰ ਵੀ ਨੇ, ਉਹਨਾਂ ਦੇ ਉੱਤੇ ਆਪਾਂ ਗੱਲ ਕਰਾਂਗੇ। ਭਾਸਕਰ ਸਾਹਿਬ, ਟੇਢੀ ਤੱਕਣੀ ਤੇ ਟੇਢੀ ਟੀਰ ਜਿਹੜੀ ਹੁੰਦੀ ਨਜ਼ਰ ਦੀ, ਉਹਨੂੰ ਰੱਖਣਾ ਹੀ ਪੈਣਾ ਇਹਨਾਂ ਦਿਨਾਂ 'ਚ, ਹੋਰ ਕੋਈ ਹੱਲ ਨਹੀਂ। ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਟਵੀਟ ਕਰਕੇ ਕਹਿੰਦੇ ਕਿ ਉਸ ਸਿਸਟਮ ਨੂੰ ਨੇਸਤੋ ਨਬੂਦ ਕਰ ਦੇਣਾ ਚਾਹੀਦਾ ਜਾਂ ਕਰ ਦਿਆਂਗੇ ਜਿਹੜਾ ਸਾਡੇ ਗੁਰੂ ਨੂੰ ਇਨਸਾਫ ਦਿਵਾਉਣ ਦੇ ਵਿੱਚ ਰੁਕਾਵਟ ਹੈ ਜਾਂ ਨਹੀਂ ਦਵਾ ਸਕਿਆ, ਜਾਂ ਜਿਹੜਾ ਬਿਗ ਫਿਸ਼ਸ ਨੂੰ ਡਰੱਗ ਮਾਮਲਿਆਂ ਦੇ ਵਿੱਚ ਸਜ਼ਾ ਤੱਕ ਨਹੀਂ ਪਹੁੰਚਾ ਸਕਿਆ ਜਾਂ ਫੜ ਨਹੀਂ ਸਕਿਆ। ਉਹ ਕਹਿੰਦੇ ਹੁਣ ਜਾਂ ਸਿਸਟਮ ਰਹੂ ਜਾਂ ਨਵਜੋਤ ਸਿੰਘ ਸਿੱਧੂ। ਮੈਂ ਕਿਸੇ ਅਹੁਦੇ ਲਈ ਨਹੀਂ ਲੜ ਰਿਹਾ, ਇਹ ਉਹਦੇ ਲਫ਼ਜ਼ ਨੇ, ਟਵੀਟ ਉਹਨਾਂ ਨੇ ਕੀਤਾ। ਤੇ ਹੁਣ ਇਹਦੇ ਉੱਤੇ ਵੇਖਣ ਵਾਲੀ ਗੱਲ ਆ ਵੀ ਸਿਸਟਮ ਤਾਂ ਉਵੇਂ ਹੀ ਵਰਕ ਕਰਦਾ ਰਹਿੰਦਾ, ਸਿਸਟਮ ਤਾਂ ਰਹਿੰਦਾ ਹੀ ਆ ਭਾਈ। ਹੁਣ ਕੀ ਨਵਜੋਤ ਸਿੰਘ ਸਿੱਧੂ ਨਹੀਂ ਰਹਿਣਗੇ? ਉਹ ਸਿਆਸਤ ਵਿੱਚ ਨਹੀਂ ਰਹਿਣਗੇ? ਜਾਂ ਜੇ ਕੇਜਰੀਵਾਲ ਵਾਲੇ ਪਾਸਿਓਂ ਬਹੁਤ ਸਾਰੇ ਲੋਕਾਂ ਨੇ ਆਵਾਜ਼ ਜੀ ਜਿਹੜੀ ਉਹ ਬੀਪ ਤੋਂ ਬਾਅਦ ਕਹਿੰਦੇ ਦਿਓ ਨਵਜੋਤ ਸਿੰਘ ਸਿੱਧੂ ਕਹਿਤਾ, ਸਾਡੇ ਵਰਗੇ ਹਾਸੇ ਠੱਠੇ ਜੀ ਕੋਈ ਇੱਧਰ ਉੱਧਰ ਦੇ ਨਾਮ ਹੀ ਪਾਈ ਜਾਣਗੇ। ਗੱਲ ਇਹ ਨਹੀਂ। ਗੱਲ ਤਾਂ ਇੱਥੇ ਇੱਕ ਇਹ ਵੀ ਆ ਭਾਸਕਰ ਸਾਹਿਬ ਕਿ ਕੇਜਰੀਵਾਲ ਸਾਹਿਬ ਉਹ ਡਾਟਾ, ਉਹ ਅੰਕੜੇ, ਉਹ ਫੋਨ ਨੰਬਰ ਕੀ ਪੇਸ਼ ਕਰਨਗੇ, ਜਨਤਕ ਕਰਨਗੇ ਜਦੋਂ 5 ਦਿਨ ਬਾਅਦ ਉਹ ਰਿਜ਼ਲਟ ਆਉਣੇ ਆ ਕਿ ਕਿਸ ਖਿੱਤੇ ਚੋਂ ਕਿਸ ਵਰਗ ਜਾਂ ਕਿੰਨਾ ਲੋਕਾਂ ਨੇ ਇਸ ਮਾਮਲੇ ਇਸ ਰਾਏਸ਼ੁਮਾਰੀ ਦੇ ਵਿੱਚ ਹਿੱਸਾ ਲਿਆ। ਆਖਰੀ ਗੱਲ, 3 ਅਹਿਮ ਸਵਾਲ ਆ। ਤੀਜਾ ਸਭ ਤੋਂ ਅਹਿਮ ਸਵਾਲ ਆ, ਸੰਯੁਕਤ ਸਮਾਜ ਮੋਰਚਾ ਇੱਕ ਵੇਲੇ ਪੰਜਾਬ ਦੇ ਨਜ਼ਰੀਏ ਤੋਂ ਇੱਕ ਤਰਜਮਾਨ ਵਾਂਗ ਵਿਚਰਨ ਲੱਗਿਆ। ਇੰਜ ਲੋਕਾਂ ਨੂੰ ਮਹਿਸੂਸ ਹੋਇਆ ਕਿਉਂਕਿ ਬਹੁਤ ਸਾਰੇ ਲੋਕ ਚਾਹੁੰਦੇ ਸੀ ਕਿ ਯੋਧੇ ਕਿਸਮ ਦੇ ਲੋਕ ਜਿਨ੍ਹਾਂ ਨੇ ਵੱਡੀ ਲੜਾਈ ਲੜੀ ਆ, ਉਹਨਾਂ ਨੂੰ ਇਸ ਚੁਣਾਵੀ ਰਣਨੀਤੀ ਤੇ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ। ਹੁਣ ਜਦੋਂ ਉਹ ਆ ਗਿਆ ਤੇ ਉਹਨਾਂ ਤੇ ਇਲਜ਼ਾਮ ਵੀ ਬੜੇ ਭਾਰੇ। ਇਹਦੇ 2 ਪਹਿਲੂ ਆ। ਮੈਂ ਪਹਿਲਾਂ ਤਾਂ ਇੱਕ ਗੱਲ ਇਹ ਕਰਦਿਆਂ ਕਿ ਉਹਨਾਂ ਨਾਲ ਤੇ ਉਹਨਾਂ ਦੇ ਸਿਰ ਤੇ ਪੜਨ ਵਾਲੇ ਸਿੰਗਰ, ਬਹੁਤ ਸਾਰੇ ਉਹ ਲੋਕ ਜਿਹੜੇ ਕਰੋਨਾ 'ਚ ਵਿਹਲੇ ਸੀ, ਜਿਨ੍ਹਾਂ ਨੂੰ ਮੰਚ ਚਾਹੀਦੇ ਸੀ, ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਵਰਤੇ, ਲਹਿਰਾਂ ਵੀ ਬਣੀਆਂ, ਸਭ ਕੁਝ ਹੋਇਆ। ਉਹਨਾਂ ਦੇ ਕੰਧਾੜੇ ਚੜ ਕੇ ਕਾਫੀ ਨੇ ਆਪਣੇ ਨਾਂ ਥਾਂ ਵੀ ਬਣਾਏ। ਹੁਣ ਉਹਨਾਂ ਦੇ ਨਾਲ ਖੜਨ ਤੋਂ ਝਿਜਕਦੇ ਆ ਸ਼ਾਇਦ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਵਰਗਾਂ 'ਚ ਨਹੀਂ ਪੈ ਸਕਦੇ। ਸਾਨੂੰ ਹਰ ਰਾਜਨੀਤੀ ਦੀ ਲੋੜ ਆ, ਸਾਨੂੰ ਹਰ ਲੀਡਰ ਤੇ ਹਰ ਤਰ੍ਹਾਂ ਦੀ ਪਾਰਟੀ ਦੀ ਲੋੜ ਆ। ਸ਼ਾਇਦ ਉਹਨਾਂ ਲਈ ਇਹ ਸਭ ਤੋਂ ਵੱਡੇ ਸੰਕਟ ਨੇ। ਪਹਿਲੀ ਨਜ਼ਰੇ ਕੁਝ ਕਲਾਕਾਰ ਸੰਯੁਕਤ ਸਮਾਜ ਮੋਰਚੇ ਨਾਲ ਤੁਰਨ ਦਾ ਦਮ ਭਰਦੇ ਰਹੇ, ਸ਼ਾਇਦ ਬਾਅਦ 'ਚ ਮੈਨੇਜ ਕਰ ਲਏ ਵੱਡੀਆਂ ਤੇ ਸਥਾਪਤੀ ਵਾਲੀਆਂ ਪਾਰਟੀਆਂ ਨੇ। ਲੇਕਿਨ ਜਿਹੜਾ ਇਲਜ਼ਾਮ ਰਾਜੇਵਾਲ ਸਾਹਿਬ ਤੇ ਲੱਗ ਰਿਹਾ, ਆਮ ਆਦਮੀ ਪਾਰਟੀ ਨੇ ਇਹ ਪਹਿਲੀ ਵਾਰੀ ਇਲਜ਼ਾਮ ਲਾਇਆ ਕਿ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਸਪਾਂਸਰਡ ਤਰੀਕੇ ਨਾਲ ਅੱਗੇ ਵਧਾਏ ਗਏ ਲੋਕ ਆ, ਇਹਨਾਂ ਨੂੰ ਚੋਣ ਕਮਿਸ਼ਨ ਫੇਵਰ ਕਰ ਰਿਹਾ, ਉਹ ਸੈੱਟ ਜਾਬਤੇ ਤੋਂ ਪਾਸੇ ਜਾ ਰਿਹਾ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਗੱਲ ਕਰਾਂਗੇ ਕਿ ਇਸ ਵੇਲੇ ਸਭ ਤੋਂ ਵੱਡੀ ਲੜਾਈ ਆਮ ਆਦਮੀ ਪਾਰਟੀ ਦੀ ਸੰਯੁਕਤ ਸਮਾਜ ਮੋਰਚੇ ਨਾਲ ਆ। ਪਹਿਲਾਂ ਪਿਆਰ ਨਾਲ ਚੱਲਣ ਲੱਗੇ ਸੀ, ਲੇਕਿਨ ਹੁਣ ਉਹਨਾਂ ਨੂੰ ਲੱਗਦਾ ਕਿ ਇਹ ਲੜਾਈ ਨੂੰ ਜਿੱਤੇ ਬਿਨਾਂ ਪੰਜਾਬ ਦੀ ਲੜਾਈ ਜਿੱਤੀ ਨਹੀਂ ਜਾਣੀ। ਰਾਜੇਵਾਲ ਦਾ ਕੱਦ ਜਿੰਨਾ ਘਟਾਇਆ ਜਾ ਸਕਦਾ, ਸ਼ਾਇਦ ਇਸ ਦਿਸ਼ਾ ਨੂੰ ਅੱਗੇ ਵਧਿਆ ਜਾਊਗਾ। ਇਹਦੇ ਵਿੱਚ ਵੀ ਆਪਾਂ ਗੱਲ ਕਰਾਂਗੇ। ਸੋ ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਭਗਵੰਤ ਮਾਨ ਦਾ ਚਿਹਰਾ, ਲਫ਼ਜ਼, ਹਾਵ ਭਾਵ, ਗੱਲਾਂ ਬਾਤਾਂ, ਕੇਜਰੀਵਾਲ ਦਾ ਨੰਬਰ ਦੇਣਾ,
ਤੇ ਇੱਕ ਉਸ ਸਰਵੇ ਦੀ ਗੱਲ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਭਗਵੰਤ ਮਾਨ ਦੇ ਚਿਹਰੇ ਤੇ ਅੱਗੇ ਵਧੋਗੇ ਤਾਂ ਸ਼ਾਇਦ ਜਿੰਨੀਆਂ ਸੀਟਾਂ ਦੀ ਤੁਸੀਂ ਆਸ ਕਰਦੇ ਹੋ ਨਾ ਮਿਲਣ। ਤੇ ਉਦੋਂ ਜਦੋਂ ਇੱਕ ਲਹਿਰ ਬਣ ਗਈ ਸੀ, ਲੋਕਾਂ ਦੇ ਵਿੱਚ ਰਾਏ ਬਣਦੀ ਜਾ ਰਹੀ ਸੀ, ਹੁਣ ਅਨਾਉਂਸ ਹੋਇਆ ਉਦੋਂ ਕੇਜਰੀਵਾਲ ਫਸੇ ਮਹਿਸੂਸ ਕਰਦੇ ਸੀ, ਨਿਕਲਣ ਦਾ ਰਾਹ ਹੈ, ਕੀ ਕਹਿੰਦੇ ਹੋ? ਪਹਿਲੇ ਇਹ ਗੱਲ ਚੱਲੀ ਸੀ ਵੀ ਲੋਹੜੀ ਵਾਲੇ ਦਿਨ ਭਗਵੰਤ ਮਾਨ ਨੂੰ ਘੋੜੀ ਚੜਾ ਦੇਣਾ, ਪਰ ਅੱਜ ਚੜ੍ਹਦੇ ਫਿਰ ਰਹਿ ਗਏ। ਭਾਵੇਂ ਭਗਵੰਤ ਮਾਨ ਆਪ ਕਹਿ ਰਹੇ ਸੀਗੇ ਕਿ ਕੇਜਰੀਵਾਲ ਸਾਹਿਬ ਤੇ ਕਹਿ ਰਹੇ ਸੀਗੇ ਕਿ ਮੈਂ ਅੱਜ ਅਨਾਉਂਸ ਕਰ ਦੇਣਾ, ਕਹਿੰਦੇ ਮੈਂ ਕਿਹਾ ਕਿ ਨਹੀਂ, ਲੋਕਾਂ ਨੂੰ ਵੀ ਪੁੱਛ ਲਓ, ਲੋਕਾਂ ਦੀ ਵੀ ਰਾਏਸ਼ੁਮਾਰੀ ਲੈ ਲਓ। ਤੇ ਮੇਰੇ ਕਹਿਣ ਤੋਂ ਬਾਅਦ ਉਹ ਰਾਏਸ਼ੁਮਾਰੀ ਦਾ ਪ੍ਰੋਸੈਸ ਸ਼ੁਰੂ ਹੋਇਆ ਤੇ ਇੱਕ ਨੰਬਰ ਦਿੱਤਾ ਗਿਆ। ਹਾਲਾਂਕਿ ਉਸ ਨੰਬਰ ਦੀ ਕਨਸੋਲ ਕੱਲ ਰਾਤੀ ਹੋ ਗਈ ਸੀ ਕਿ ਉਹ ਨੰਬਰ ਕੱਲ ਦਿੱਤਾ ਜਾਏਗਾ ਔਰ ਉਹਦੇ ਵਿੱਚ ਰਾਏਸ਼ੁਮਾਰੀ ਕੀਤੀ ਜਾਏਗੀ। ਪਰ ਕੇਜਰੀਵਾਲ ਉਹਨਾਂ ਨੇ ਜਦ ਉਸ ਨੰਬਰ ਦੀ ਅਨਾਉਂਸਮੈਂਟ ਕੀਤੀ ਤੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਤੁਸੀਂ ਵੀ ਸੀਐਮ ਦੀ ਰੇਸ ਵਿੱਚ ਹੋ? ਕਹਿੰਦੇ ਵੀ ਨਹੀਂ, ਮੈਂ ਨਹੀਂ ਬਲਕਿ ਪੰਜਾਬ ਦਾ ਕੋਈ ਲੋਕਲ ਯਾਨੀ ਪੰਜਾਬੀ ਬੰਦਾ ਹੀ ਇਸ ਰੇਸ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ। ਪਰ ਇੱਥੇ ਉਹਨਾਂ ਨੇ ਇੱਕ ਖਾਸ ਗੱਲ ਇਹ ਕੀਤੀ ਕਿ ਭਾਵੇਂ ਉਹ ਸਾਡੀ ਪਾਰਟੀ 'ਚ ਵੀ ਨਾ ਹੋਏ, ਉਸ ਵਿਅਕਤੀ ਦਾ ਵੀ ਅਗਰ ਤੁਸੀਂ ਨਾਂ ਲੈਂਦੇ ਹੋ ਸੀਐਮ ਕੈਂਡੀਡੇਟ ਵਾਸਤੇ ਤੇ ਭਗਵੰਤ ਮਾਨ ਉਹਨਾਂ ਆਪ ਜਾ ਕੇ ਉਹਨੂੰ ਲੈ ਕੇ ਆਣਗੇ। ਯਾਨੀ ਇੱਥੇ ਕਿਸੇ ਨਾ ਕਿਸੇ ਜਗ੍ਹਾ ਜੇ ਭਗਵੰਤ ਮਾਨ ਉਹਨਾਂ ਨੂੰ ਕਰਨਾ ਹੀ ਹੁੰਦਾ ਤੇ ਕਰ ਦਿੰਦੇ। ਫਿਰ ਜਿਹੜੀ ਰਾਏਸ਼ੁਮਾਰੀ ਦੇ ਵਿੱਚ ਜੇ ਕੋਈ ਉੱਚੀ ਨੀਵੀਂ ਗੱਲ ਹੋ ਗਈ ਭਗਵੰਤ ਮਾਨ ਦੇ ਵਿਰੋਧ ਵਿੱਚ, ਫਿਰ ਕੀ ਕਰਨਗੇ? ਜੇ ਨਾ ਹੀ ਕਿਸੇ ਨੇ ਚੰਨੀ ਦਾ ਲੈਤਾ, ਉਹ ਦੂਜੀ ਪਾਰਟੀ 'ਚ ਹੈਗੇ ਨੇ, ਤੇ ਕੀ ਭਗਵੰਤ ਮਾਨ ਉਹਨਾਂ ਚੰਨੀ ਨੂੰ ਲੈ ਕੇ ਲੈਣ ਜਾਣਗੇ ਕਿ ਵੀ ਤੁਸੀਂ ਸਾਡੀ ਪਾਰਟੀ ਦੇ ਸੀਐਮ ਬਣੋ? ਯਾਨੀ ਇਹਦੇ ਵਿੱਚ ਲੋਚਾ ਤੇ ਹੈਗਾ। ਪਰ ਨਾਲ ਦੇ ਨਾਲ ਜਦ ਭਗਵੰਤ ਮਾਨ ਉਹਨਾਂ ਪੱਤਰਕਾਰਾਂ ਦੇ ਨਾਲ ਗੱਲ ਕਰ ਰਹੇ ਸੀ, ਬਾਕੀ ਸਾਰੀ ਗੱਲਾਂ ਤੇ ਉਹਨਾਂ ਨੇ ਸੇਮ ਕੀਤੀ, ਪਰ ਇੱਥੇ ਉਹਨਾਂ ਨੇ ਕਿਹਾ ਕਿ ਵੀ ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੋਣਾ ਚਾਹੀਦਾ ਹੈ ਜਿਹਨੂੰ ਸੀਐਮ ਵਜੋਂ ਤੁਸੀਂ ਇਸ ਫੋਨ ਕਾਲ ਦੇ ਉੱਤੇ ਨਾ ਲਓਗੇ। ਇਹ ਦੋਨੋਂ ਗੱਲਾਂ ਦੇ ਵਿੱਚ ਫਰਕ ਸੀਗਾ। ਇੱਕ ਪਾਸੇ ਕੇਜਰੀਵਾਲ ਕਹਿੰਦੇ ਵੀ ਦੂਜੀ ਪਾਰਟੀ ਦੇ ਵੀ ਹੋਣਗੇ ਤੇ ਭਗਵੰਤ ਮਾਨ ਉਹਨਾਂ ਨੂੰ ਆਪ ਲੈ ਕੇ ਆਣਗੇ। ਭਗਵੰਤ ਮਾਨ ਉਹਨਾਂ ਕਹਿੰਦੇ ਨੇ ਵੀ ਆਪਣੀ ਪਾਰਟੀ ਦਾ ਹੀ ਮੈਂਬਰ ਹੋਣਾ ਚਾਹੀਦਾ ਹੈ, ਔਰ ਕਹਿੰਦਾ ਮੈਨੂੰ ਤੇ ਹੁਣ ਲੋਕਾਂ ਨੇ ਸਕਰੀਨਸ਼ਾਟ ਵੀ ਭੇਜਣੇ ਸ਼ੁਰੂ ਕਰਤਾ ਵੀ ਕਰਤਾ ਤੁਹਾਡਾ ਨਾਂ। ਯਾਨੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਦਾ ਜਿੱਦਾਂ ਹੀ ਇਹ ਫੋਨ ਨੰਬਰ ਦਾ ਅਨਾਉਂਸ ਹੋਇਆ, ਭਗਵੰਤ ਮਾਨ ਦੇ ਸਮਰਥਕਾਂ ਨੇ ਇੱਕ ਦੂਜੇ ਨੂੰ ਫੋਨ ਕਰਕੇ ਫਟਾਫਟ ਨੰਬਰ ਡਾਇਲ ਕਰਨ ਦੇ ਵਾਸਤੇ ਇੰਸਟਰਕਸ਼ਨ ਪਾਸ ਔਨ ਕੀਤੀ। ਚਲੋ ਇਹ ਇੱਕ ਪਹਿਲੀ ਵਾਰ ਹੋ ਰਿਹਾ, ਮੇਰੇ ਖਿਆਲ ਨਾਲ ਪੂਰੇ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕਾਂ ਦੀ ਰਾਏਸ਼ੁਮਾਰੀ ਤੋਂ ਬਾਅਦ ਕਿਸੇ ਸੀਐਮ ਦੇ ਚਿਹਰੇ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਨਵੀਂ ਚੀਜ਼ ਤੇ ਹੈਗੀ ਹੈ। ਮੈਂ ਵੀ 5-7 ਵਾਰ ਨੰਬਰ ਉਹ ਡਾਇਲ ਕੀਤਾ, ਖੈਰ 7-8 ਵਾਰ ਡਾਇਲ ਕਰਨ ਤੋਂ ਬਾਅਦ ਨਵੇਂ ਵਾਰੀ ਉਹ ਨੰਬਰ ਮਿਲਿਆ ਜ਼ਰੂਰ। ਉੱਥੇ ਕਹਿੰਦੇ ਨੇ ਬੀਪ ਸੁਣਨ ਤੋਂ ਬਾਅਦ ਤੁਸੀਂ ਬਈ ਨਾਂ ਦੱਸੋ ਕਿਹਨੂੰ ਸੀਐਮ ਚਾਹੁੰਦੇ ਹੋ, ਫਿਰ ਤੁਸੀਂ ਨਾਂ ਤੇ ਜਿਹਦਾ ਮਰਜ਼ੀ ਲਓ। ਮੇਰਾ ਤਾਂ ਦਿਲ ਕਰਦਾ ਸੀ ਤੁਹਾਡਾ ਨਾਂ ਲਵਾਂ, ਪਰ ਚਲੋ ਹਜੇ ਤੁਹਾਡੀ ਇੱਛਾ ਨਹੀਂ, ਕਿਉਂਕਿ ਤੁਸੀਂ ਕਈ ਵਾਰ ਇਸ ਪ੍ਰੋਗਰਾਮ ਦੇ ਵਿੱਚ ਕਹਿ ਚੁੱਕੇ ਹੋ ਕਿ ਮੈਂ ਨਹੀਂ ਹਜੇ ਇੱਛਾ ਰੱਖਦਾ ਕਿਸੇ ਕਿਸਮ ਦੇ ਮੁੱਖ ਮੰਤਰੀ ਬਣਨ ਦੀ। ਪਰ ਜਿਹੜੀ ਗੱਲਾਂ ਇਹ ਤੁਰ ਰਹੀ ਹੈ ਨਾ, ਇਹਦੇ ਵਿੱਚ ਕੁਛ ਨਾ ਕੁਛ ਝੋਲ ਤੇ ਹੈਗਾ। ਲੱਗਦਾ ਹੈ ਕਿ ਵੀ ਜੇ ਸਭ ਕੁਝ ਸਮੂਥ ਹੁੰਦਾ ਤੇ ਫਿਰ ਗੱਲ ਕਿੱਥੇ ਚੱਲਦੀ। ਹੁਣ ਦੂਜੇ ਪਾਸੇ ਚੰਨੀ ਉਹਨਾਂ ਨੇ ਵੀ ਸੋਚਿਆ ਹੋਏਗਾ ਕਿ ਯਾਰ ਗੱਲ ਤੇ ਬਹੁਤ ਵਧੀਆ ਹੈ, ਜੇ ਮੈਂ ਵੀ ਆਪਣੀ ਹਾਈਕਮਾਂਡ ਦੇ ਉੱਤੇ ਪ੍ਰੈਸ਼ਰ ਪਾ ਕੇ ਜੇ ਏਦਾਂ ਦਾ ਕੋਈ ਸਰਵੇ ਕਰਾ ਲਾਂ ਕਿ ਇਹ ਦਬਾਓਗੇ ਚਰਨਜੀਤ ਸਿੰਘ ਚੰਨੀ, ਬੀ ਦਬਾਓਗੇ ਤੇ ਫਿਰ ਨਵਜੋਤ ਸਿੰਘ ਸਿੱਧੂ, ਤੇ ਇਸ ਰੇਸ ਦੇ ਵਿੱਚ ਤੇ ਮੈਂ ਜਿੱਤ ਜਾਊਂਗਾ ਔਰ ਮੈਂ ਪਹਿਲੇ ਹੀ ਸੀਐਮ ਪ੍ਰੋਜੈਕਟ ਹੋ ਜਾਊਂਗਾ। ਮੈਨੂੰ ਲੱਗਦਾ ਲੋਕੀ ਜਾਂ ਹੋਰ ਬੰਦੇ ਇਸ ਗੱਲ ਤੋਂ ਕਿੰਨਾ ਕੁ ਆਈਡੀਆ ਲੈਂਦੇ ਨੇ, ਇਹ ਤੇ ਹਜੇ ਦੂਰ ਦੀ ਗੱਲ ਹੈਗੀ ਹੈ, ਪਰ ਚੰਨੀ ਉਹਨਾਂ ਨੇ ਜ਼ਰੂਰ ਆਈਡੀਆ ਲੈ ਲਿਆ। ਔਰ ਉਹ ਵੀ ਇੱਕ ਦਿਨ ਪਹਿਲੇ ਹੀ, ਜਦ ਕੱਲ ਉਹਨਾਂ ਨੇ ਆਪ ਕਿਹਾ ਕਿ ਹਾਂ ਪੰਜਾਬ ਦੇ ਵਿੱਚ ਅਗਰ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣਾਂ ਦੇ ਮੈਦਾਨ ਦੇ ਵਿੱਚ ਉਤਰਦੀ ਹੈ ਤਾਂ ਇਸ ਗੱਲ ਦਾ ਫਾਇਦਾ ਹੋਏਗਾ। ਹੁਣ ਇਹ ਜਿਹੜਾ ਰਾਏਸ਼ੁਮਾਰੀ ਵਾਲਾ ਆਈਡੀਆ ਉਹ ਵੀ ਸ਼ਾਇਦ ਆਪਣੀ ਹਾਈਕਮਾਂਡ ਨੂੰ ਦੇ ਦੇਣ ਤੇ ਉਹਨਾਂ ਦਾ ਵੀ ਰਸਤਾ ਸਾਫ਼ ਹੋ ਜਾਏ, ਕਿਉਂਕਿ ਕਿਹਾ ਜਾਂਦਾ ਹੈ ਕਿ ਜ਼ਿਆਦਾ ਲੋਕ ਜਦ ਵੀ ਕੋਈ ਇਦਾਂ ਦਾ ਸਰਵੇ ਹੋਇਆ ਹੈ, ਭਾਵੇਂ ਜਦ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਸੀਗਾ ਤਦ, ਜਾਂ ਉਸ ਤੋਂ ਪਹਿਲੇ ਉਸ ਤੋਂ ਬਾਅਦ ਕਈ ਵਾਰ ਇਦਾਂ ਦੇ ਸਰਵੇ ਹੋਏ ਨੇ, ਉਹਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਨਵਜੋਤ ਸਿੰਘ ਸਿੱਧੂ ਸਭ ਤੋਂ ਥੱਲੇ ਨਜ਼ਰ ਆ ਰਹੇ ਸੀ ਔਰ ਅੱਜ ਕੱਲ ਚਰਨਜੀਤ ਸਿੰਘ ਚੰਨੀ ਹੋਣਾ ਸਭ ਤੋਂ ਉੱਤੇ ਨਜ਼ਰ ਆਉਂਦੇ ਨੇ। ਤੇ ਇਦਾਂ ਦੇ ਕੇਸ ਵਿੱਚ ਉਹਨਾਂ ਨੂੰ ਫਾਇਦਾ ਤੇ ਹੋ ਸਕਦਾ, ਪਰ ਚਲੋ ਆਮ ਆਦਮੀ ਪਾਰਟੀ ਦਾ ਆਪਣਾ ਕੰਮ ਕਰਨ ਦਾ ਸਟਾਈਲ ਹੈ ਔਰ ਉਹ ਇੱਕ ਸਟਾਈਲ ਸੀਐਮ ਦੇ ਚਿਹਰੇ ਨੂੰ ਲੈ ਕੇ ਪਹਿਲੀ ਵਾਰ ਅਪਣਾਇਆ ਗਿਆ, ਉਹ ਵੀ ਪੰਜਾਬ ਵਿੱਚ। ਕਿੰਨਾ ਕੁ ਕਾਮਯਾਬ ਹੁੰਦਾ ਹੈ, ਲੋਕ ਕਿੰਨੇ ਕੁ ਖੁਸ਼ ਹੁੰਦੇ ਨੇ, ਲੋਕ ਭਗਵੰਤ ਮਾਨ ਨੂੰ ਕਿੰਨਾ ਕੁ ਸਪੋਰਟ ਕਰਦੇ ਨੇ, ਕਿ ਉਹਨੇ ਉਹ ਸਾਰੇ ਨੰਬਰ ਜਿਨ੍ਹਾਂ ਨੰਬਰਾਂ ਦੇ ਰਾਹੀਂ ਭਗਵੰਤ ਮਾਨ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਬਤੌਰ ਸੀਐਮ, ਉਹ ਕੀ ਪੇਸ਼ ਹੋਣਗੇ ਲੋਕਾਂ ਦੇ ਸਾਹਮਣੇ, ਕਿਉਂਕਿ ਲੋਕਾਂ ਤੋਂ ਰਾਏਸ਼ੁਮਾਰੀ ਲਿੱਤੀ ਜਾ ਰਹੀ ਹੈ ਔਰ ਰਾਏਸ਼ੁਮਾਰੀ ਦਾ ਰਿਜ਼ਲਟ ਸਪਸ਼ਟ ਤਰੀਕੇ ਨਾਲ ਲੋਕਾਂ ਨੂੰ ਦੱਸਿਆ ਜਾਏ। ਇਹਦੇ ਕਰਕੇ ਪੂਰਾ ਡਾਟਾ ਦੇਣਾ ਬਹੁਤ ਜ਼ਰੂਰੀ ਹੈ ਵੀ ਇੰਨੇ ਵੋਟ ਭਗਵੰਤ ਮਾਨ ਨੂੰ, ਇੰਨੇ ਫਲਾਣੇ ਨੂੰ,
ਇਹਨੇ ਡਿਗਾਣੇ ਨੂੰ। ਪਰ ਚਲੋ ਅੱਗੇ ਚੱਲ ਕੇ ਕੀ ਪ੍ਰੋਸੈਸ ਹੁੰਦਾ ਹੈ। ਪਰ ਜਦ ਭਗਵੰਤ ਮਾਨ ਇਸ ਬਾਰੇ 'ਚ ਗੱਲ ਕਰਦੇ ਨੇ ਤਾਂ ਇਹ ਕਹਿੰਦੇ ਨੇ 17 ਤਰੀਕ ਨੂੰ 5:30 ਵਜੇ ਤੁਹਾਨੂੰ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ ਵੀ ਅਗਲਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ। ਔਰ ਜਦ ਉਹ ਇਹ ਗੱਲ ਕਹਿ ਰਹੇ ਸੀਗੇ ਤੇ ਉਹਨਾਂ ਦੇ ਚਿਹਰੇ ਤੇ ਮਾੜਾ ਮੋਟਾ ਜਿਹਾ ਕੌਨਫੀਡੈਂਸ ਜ਼ਰੂਰ ਸੀਗਾ, ਯਾਨੀ ਮੈਚ ਤੇ ਸਾਰਾ ਫਿਕਸ ਹੈ। ਦੇਖੋ, ਜੇ ਮੇਰੇ ਕੋਲ ਕੋਈ ਕਾਰਨ ਨਹੀਂ ਕਿ ਮੈਂ ਤੁਹਾਡੀ ਇਸ ਗੱਲ ਤੇ ਯਕੀਨ ਨਾ ਕਰਾਂ ਕਿ ਭਗਵੰਤ ਮਾਨ ਹੋ ਸਕਦੇ ਆ, ਪਰ ਜੇ ਭਗਵੰਤ ਮਾਨ ਹੀ ਕਰਨੇ ਆ ਤੇ ਇੰਨੀ ਕਵਾਇਦ ਦੀ ਕੀ ਲੋੜ। ਨੰਬਰ 1, ਜੇ ਭਗਵੰਤ ਮਾਨ ਨੂੰ ਅੱਗੇ ਵਧਾਉਣਾ ਤਾਂ ਕੇਜਰੀਵਾਲ ਸਾਹਿਬ ਦੀ ਇੱਛਾ ਵੀ ਹੈ ਤੇ ਫਿਰ ਕਮੀ ਕੀ ਸੀਗਾ? 5 ਦਿਨ ਹੋਰ ਵੇਟ ਕਰਨ ਦੀ ਕੀ ਲੋੜ ਸੀ? ਅਗਲਾ ਡਬਲ ਉਤਸ਼ਾਹ ਨਾਲ ਛਾਲਾ ਮਾਰਦਾ ਭੱਜਾ ਫਿਰਦਾ। ਹੁਣ ਸਵਾਲ ਇਹ ਨਹੀਂਗਾ, ਸਵਾਲ ਇਹ ਹੈ ਕਿ ਇਹ ਤਾਂ ਫੈਸਲਾ ਹੋ ਚੁੱਕਿਆ ਸੀ। ਜਿਵੇਂ ਤੁਸੀਂ ਕਹਿੰਦੇ ਹੋ, ਸਾਰਾ ਮੀਡੀਆ ਕਹਿੰਦਾ ਸੀ, ਭਗਵੰਤ ਮਾਨ ਦਾ ਜਿਹੜਾ ਜਿਸ ਤਰੀਕੇ ਨਾਲ ਉਹਦਾ ਕੰਮ ਕਰਨ ਦਾ ਤਰੀਕਾ ਪਿਛਲੇ ਦਿਨਾਂ 'ਚ ਦੇਖਿਆ ਗਿਆ, ਇੰਜ ਲੱਗਦਾ ਸੀ ਕਿ ਅੰਦਰ ਸਹਿਮਤੀ ਬਣ ਚੁੱਕੀ ਹੈ। ਔਰ ਇਸ ਫੇਰੀ ਦੇ ਵਿੱਚ ਕੇਜਰੀਵਾਲ ਨੇ ਅਨਾਉਂਸਮੈਂਟ ਕਰਨੀ ਸੀ। ਤੁਹਾਨੂੰ ਪਤਾ ਇਸ ਗੱਲ ਦਾ ਕਿ ਅਨਾਉਂਸਮੈਂਟ ਸ਼ਾਇਦ ਕਰਨ ਦਾ ਮਨ ਸੀਗਾ। ਔਰ ਤੁਸੀਂ ਤਾਂ ਬਹੁਤ ਪਹਿਲਾਂ ਕਿਹਾ ਸੀ ਕਿ ਇਹ 13 ਪਹਿਲਾਂ 8 ਤਰੀਕ, ਫਿਰ ਤੁਸੀਂ 13 ਕਿਹਾ ਸੀ ਲੋਹੜੀ ਵਾਲੇ ਦਿਨ। ਦੂਜੇ ਹਫ਼ਤੇ ਦੀ ਹਾਂ, ਦੂਜਾ ਹਫ਼ਤਾ ਤੁਸੀਂ ਕਿਹਾ ਸੀ। ਹੁਣ ਇਸ ਤੋਂ ਵੀ ਵੱਡਾ ਸਵਾਲ ਆ ਕਿ ਪਹਿਲੇ ਦਿਨ ਜਦੋਂ ਉਹ ਕੱਲ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਆ ਤੇ ਹਫ਼ਤੇ ਦੀ ਗੱਲ ਹੋ ਗਈ ਵੀ ਹਫ਼ਤੇ ਬਾਅਦ ਕਰਾਂਗੇ, ਹਫ਼ਤੇ ਦਾ ਰੌਲਾ ਪੈ ਗਿਆ, ਫਿਰ ਹੋਰ ਝੋਲ ਆ ਗਏ ਵਿੱਚ। ਲੇਕਿਨ ਜਿਹੜੀ ਇਹ ਹੁਣ ਤਰੀਕਾ ਅਪਣਾਇਆ ਗਿਆ, ਇਹਦੇ ਵਿੱਚ ਵੀ ਕੋਈ ਨਾ ਕੋਈ ਅੰਦਰ ਸਿਸਟਮ ਬਣਾਇਆ ਗਿਆ। ਕੇਜਰੀਵਾਲ ਦਾ ਜੇ ਨਾ ਅੱਗੇ ਵਧਾਤਾ ਜਾਂਦਾ, ਮੰਨ ਲਓ ਨੰਬਰ 1 ਤੇ ਤੁਹਾਨੂੰ ਮੰਨ ਕੇ ਚੱਲਣਾ ਚਾਹੀਦਾ, ਕਿਉਂਕਿ ਇਹ ਇੱਕ ਸੈੱਟ ਪ੍ਰਣਾਲੀ ਹੁੰਦੀ ਆ ਕਿ ਆਪਣੇ ਐਮਐਲਏਜ਼ ਨੂੰ ਗੁਪਤ ਜਾਂ ਆਪਣੀ ਲੀਡਰਸ਼ਿਪ ਨੂੰ ਇੱਕ ਗੁਪਤ ਸੰਦੇਸ਼ ਵੀ ਹੁੰਦਾ ਕਿ ਕੀ ਕਰਨਾ ਹੈ ਤੁਸੀਂ। ਔਰ ਉਹ ਲੀਡਰਸ਼ਿਪ ਜਿਹੜੀ ਥੱਲੇ ਵਾਲੀ ਹੁੰਦੀ ਆ ਉਹ ਸਿਖਰਲਿਆਂ ਨੂੰ ਸੁਣਦੀ ਆ, ਥੱਲੇ ਵਾਲਿਆਂ ਨੂੰ ਕੋਈ ਨਹੀਂ ਸੁਣਦੇ। ਵਲੰਟੀਅਰ ਜੋ ਮਰਜ਼ੀ ਕਰੀ ਜਾਣ। ਨੰਬਰ 1। ਨੰਬਰ 2 ਕਿ ਇਸ ਮਾਮਲੇ ਦੇ ਵਿੱਚ ਤੁਸੀਂ ਜਿਵੇਂ ਕਹਿ ਹੀ ਦਿੱਤਾ ਕਿ ਕੀ ਅੰਕੜਾ ਜਿਹੜਾ ਵੀ ਹੋਊਗਾ, ਮੰਨ ਲਓ 10 ਲੱਖ 20 ਲੱਖ 50 ਲੱਖ ਕਿੰਨੇ ਲੋਕ ਪਾਰਟਿਸਿਪੇਟ ਕਰਦੇ ਆ, ਤੁਸੀਂ ਉਹਨੂੰ ਇਵੈਲੂਏਟ ਕਿਵੇਂ ਕਰਦੇ ਹੋ? ਜੇ 5 ਵਜੇ ਤੱਕ ਲੋਕ VOTING ਕਰ ਰਹੇ ਇਸ ਮਾਮਲੇ 'ਚ ਜਾਂ ਕੁਝ ਕਹਿ ਰਹੇ ਆ ਤੇ 5:30 ਰਿਜ਼ਲਟ ਕਿਵੇਂ ਆ ਸਕਦਾ? ਏਡੇ ਵੱਡੇ ਡਾਟੇ ਨੂੰ ਤੁਸੀਂ ਕਿਵੇਂ ਕਰੋਗੇ? ਮੰਨ ਲਓ ਕੋਈ 4 ਨਾਂ ਦਿੱਤੇ ਹੁੰਦੇ, ਟਿਕ ਕਰਨਾ ਹੁੰਦਾ, ਸਿਸਟਮ ਦੇ ਵਿੱਚ ਪਏ ਹੁੰਦੇ, ਸਭ ਠੀਕ ਹੈ। ਜਦੋਂ ਤੁਸੀਂ ਫੋਨ ਕਾਲ ਦੇ ਉੱਤੇ ਕੁਝ ਕਹਿ ਰਹੇ ਹੋ, ਇਹਦੀ ਗਿਣਤੀ ਕਿਵੇਂ ਕਰੋਗੇ? ਫਿਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਗੱਲ ਇਸ ਵੇਲੇ ਅੱਗੇ ਵਧਾਈ ਜਾ ਰਹੀ ਆ, ਉਹਦੇ 'ਚ ਕੇਜਰੀਵਾਲ ਕਹਿੰਦੇ ਮੈਂ ਕੰਪੀਟੀਸ਼ਨ 'ਚ ਹੈ ਨਹੀਂ ਬਈ, ਮੈਂ ਮੁਕਾਬਲੇ 'ਚ ਹੈ ਨਹੀਂ। ਹੁਣ ਜੇਕਰ ਕੇਜਰੀਵਾਲ ਦਾ ਨਾਂ ਨੰਬਰ 1 ਤੇ ਆ ਜਾਂਦਾ, ਫਿਰ ਉਹਨੂੰ ਡਿਨਾਈ ਕਿਵੇਂ ਕਰਨਗੇ? ਫਿਰ ਉਹ ਕਹਿਣਗੇ ਕਿ ਮੈਂ ਪੰਜਾਬ ਦੇ ਲੋਕਾਂ ਦੀ ਇੱਛਾ ਦੇ ਖਿਲਾਫ ਜਾਣਾ। ਜੇ ਇਹ ਅਨਾਉਂਸ ਕਰਤਾ ਜਾਂਦਾ ਹੈ ਕਿ ਸਭ ਤੋਂ ਵੱਧ ਲੋਕਾਂ ਨੇ ਕੇਜਰੀਵਾਲ ਨੂੰ ਪਸੰਦ ਕੀਤਾ, ਫਿਰ ਕੀ ਕਰੋਗੇ? ਕਿਉਂਕਿ ਇਹਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਕੇਜਰੀਵਾਲ ਦਾ ਨਾਂ ਨਹੀਂ ਲੈਣਾ, ਬਿਲਕੁਲ ਕਿਤੇ ਨਹੀਂ ਕਿਹਾ ਗਿਆ। ਦੂਜੀ ਗੱਲ, ਜੇਕਰ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਉੱਭਰ ਕੇ ਆ ਜਾਂਦਾ ਜਾਂ ਕਿਸੇ ਪਾਸਿਓਂ ਅੱਗੇ ਵਧਾਤਾ ਜਾਂਦਾ ਹੈ, ਤਾਂ ਕੀ ਕੇਜਰੀਵਾਲ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਨਗੇ ਕਿ ਉਹ ਆਉਣ? ਇਹ ਬਹੁਤ ਵੱਡਾ ਸਵਾਲ ਆ। ਚਲੋ ਇਹਨੂੰ ਛੱਡ ਦਿੰਦੇ ਆ। ਲੇਕਿਨ ਕੇਜਰੀਵਾਲ ਨੇ ਆਪਣਾ ਬਹੁਤ ਸਪਸ਼ਟ ਕਰਦਾ ਹੈ ਲੜਾਈ ਦਾ ਤਰੀਕਾ ਰਾਜੇਵਾਲ ਤੇ ਹਮਲਾ ਕਰਕੇ। ਜਿਹੜੀ ਅੱਜ ਰਾਘਵ ਚੱਡੇ ਦੀ ਪ੍ਰੈਸ ਕਾਨਫਰੰਸ ਸੀ, ਉਹਨੂੰ ਲੈ ਕੇ ਤੁਸੀਂ, ਮੈਂ ਤੁਹਾਡੀ ਟਿੱਪਣੀ ਚਾਹੁੰਦਾ ਹੈ ਕਿ ਬੀਜੇਪੀ ਸੰਯੁਕਤ ਸਮਾਜ ਮੋਰਚੇ ਦੀ ਮਦਦ ਕਰ ਰਹੀ। ਮਤਲਬ ਇਹ ਰਲੇ ਹੋਏ, ਜਿਨ੍ਹਾਂ ਦੇ ਖਿਲਾਫ ਸੰਯੁਕਤ ਸਮਾਜ ਮੋਰਚਾ ਲੜ ਕੇ ਆਇਆ, ਉਹਨਾਂ ਦੇ ਨਾਲ ਉਹ ਰਲ ਕੇ ਵੀ ਆਇਆ। ਇਹ ਸਿੱਧਾ ਕਿਹਾ ਜਾ ਰਿਹਾ। ਚੋਣ ਕਮਿਸ਼ਨ ਕਿਸਾਨ ਪਾਰਟੀ ਨੂੰ ਮਦਦ ਕਰ ਰਿਹਾ, ਇਹ ਕਿਹਾ ਗਿਆ। ਆਮ ਆਦਮੀ ਪਾਰਟੀ ਦੀ ਵੋਟ ਖਰਾਬ ਕਰਨ ਲਈ ਇਹ ਪੈਦਾ ਕੀਤਾ ਗਿਆ, ਇਹ ਕਿਹਾ ਜਾ ਰਿਹਾ। ਹੁਣ ਤੁਸੀਂ ਮੈਨੂੰ ਇਹਦੇ ਅਰਥ ਸਮਝਾ ਦਿਓ। ਇੱਕ ਅਜੀਬ ਕਿਸਮ ਦਾ ਵਾਤਾਵਰਨ ਪੰਜਾਬ ਦੀ ਇਸ ਰਾਜਨੀਤੀ 'ਚ ਪੈਦਾ ਹੋਊਗਾ। ਕੇਜਰੀਵਾਲ ਜਿੱਥੇ ਜਿੱਥੇ ਵੀ ਹੁੰਦੇ ਆ, ਉੱਥੇ ਪੂਰਾ ਰੌਲਾ ਹੁੰਦਾ। ਦਿੱਲੀ ਦੇ ਵਿੱਚ ਪੂਰਾ ਰੌਲਾ ਸੀ, ਅੰਦੋਲਨ ਦੇ ਵਿੱਚ ਪਹਿਲਾਂ ਪੂਰਾ ਰੌਲਾ ਸੀ ਜਿਹੜਾ ਅੰਨਾ ਹਜ਼ਾਰੇ ਵਾਲਾ ਸੀ। ਉਸ ਤੋਂ ਬਾਅਦ ਇਲੈਕਸ਼ਨਸ ਦੇ ਵਿੱਚ ਕੇਜਰੀਵਾਲ ਨੂੰ ਤਰੀਕੇ ਆਉਂਦੇ ਆ, ਉਹਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਨੂੰ ਕਿਵੇਂ ਵਰਤਣਾ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਰਾਜੇਵਾਲ ਨੂੰ ਕਿੰਨਾ ਕੁ ਨੁਕਸਾਨ ਕਰ ਜਾਊਗਾ ਜਿਹੜਾ ਆਮ ਆਦਮੀ ਪਾਰਟੀ ਦਾ IT ਵਿੰਗ, ਉਹਨਾਂ ਦਾ ਆਪਣਾ ਹਮਲਾ ਕਰਨ ਦਾ ਤਰੀਕਾ, ਰਾਜੇਵਾਲ ਦੀ ਆਪਣੀ ਕਿੰਨੀ ਇਮੇਜ ਖਰਾਬ ਕਰਨ 'ਚ ਕਾਮਯਾਬ ਹੋ ਜਾਣਗੇ। ਕਿਉਂਕਿ ਸਭ ਤੋਂ ਵੱਡਾ ਥ੍ਰੈਟ ਆਮ ਆਦਮੀ ਪਾਰਟੀ ਲਈ ਰਾਜੇਵਾਲ ਤੇ ਸੰਯੁਕਤ ਸਮਾਜ ਮੋਰਚਾ ਹੈ। ਹਾਲਾਂਕਿ ਗੁਰਨਾਮ ਸਿੰਘ ਚਡੂਨੀ ਵੀ ਕੱਲ ਇੱਕ ਵੱਡਾ ਹਮਲਾ ਰਾਜੇਵਾਲ ਤੇ ਕਰਦੇ ਆ। ਕੱਲ ਅਸੀਂ ਗੱਲ ਉਹ ਛੱਡ ਗਏ ਸੀ। ਉਹ ਵੀ ਕਹਿੰਦੇ ਆ ਕਿ ਰਾਜੇਵਾਲ ਹੁਣ ਸਾਡੀ ਗੱਲ ਨਹੀਂ ਸੁਣ ਰਹੇ। ਕੀ ਕਹਿੰਦੇ ਹੋ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਮੇਰੇ ਖਿਆਲ ਨਾਲ 3-4 ਮਹੀਨੇ ਪਹਿਲੇ ਇਹ ਗੱਲ ਪਹਿਲੇ ਵੀ ਕਹਿ ਚੁੱਕੇ ਸੀਗੇ, ਜੇ ਕਿਤੇ ਇਹ ਜਿਹੜਾ ਕਿਸਾਨ ਇਲੈਕਸ਼ਨ ਲੜਦੇ ਨੇ ਇੱਕ ਪਲੇਟਫਾਰਮ ਥੱਲੇ, ਜੋ ਕਿ ਹਜੇ ਖੈਰ ਪਲੇਟਫਾਰਮ ਇੱਕ ਤੇ ਨਹੀਂ ਹੈਗਾ, ਕਿਉਂਕਿ ਕਾਫੀ ਸਾਰੀ ਜਥੇਬੰਦੀਆਂ ਨੇ
ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ, ਪਰ ਹੁਣ ਚਲੋ ਸੰਯੁਕਤ ਸਮਾਜ ਮੋਰਚਾ ਬਣ ਗਿਆ ਹੈ। ਇਸ ਮੋਰਚੇ ਦੇ ਇਲੈਕਸ਼ਨ ਲੜਨ ਨਾਲ ਕਿਹਨੂੰ ਘਾਟਾ ਹੋਏਗਾ, ਕਿਹਨੂੰ ਫਾਇਦਾ ਹੋਏਗਾ, ਇਸ ਗੱਲ ਦੀ ਜ਼ਿਕਰ ਅਸੀਂ ਪਹਿਲੇ ਵੀ ਕੀਤਾ ਸੀਗਾ। ਸਾਫ਼ ਤੌਰ ਤੇ ਅਗਰ ਸੰਯੁਕਤ ਸਮਾਜ ਮੋਰਚਾ ਦੇ ਬੈਨਰ ਥੱਲੇ ਕਿਸਾਨ ਇਲੈਕਸ਼ਨ ਲੜਦੇ ਨੇ, ਇਹਦਾ ਨੁਕਸਾਨ ਹੋਏਗਾ ਆਮ ਆਦਮੀ ਪਾਰਟੀ ਨੂੰ ਤੇ ਅਕਾਲੀ ਦਲ ਨੂੰ, ਕਿਉਂਕਿ ਅਕਾਲੀ ਦਲ ਦਾ ਵੀ ਬਹੁਤਾ ਜਿਹੜਾ ਵੋਟ ਬੇਸ ਹੈ, ਵੋਟ ਬੈਂਕ ਹੈ, ਉਹ ਪਿੰਡਾਂ ਦੇ ਵਿੱਚ ਹੀ ਵਸਦਾ ਹੈ। ਔਰ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਮਾਲਵੇ ਵਿੱਚ ਜਿਹੜੀ ਸਪੋਰਟ ਦੀ ਆਪਾਂ ਗੱਲ ਕਰਦੇ ਸੀਗੇ, ਉਹ ਵੀ ਕਾਫੀ ਸਾਰਾ ਪਿੰਡੂ ਏਰੀਆ ਦੇ ਵਿੱਚ ਹੈਗਾ, ਜਿੱਥੇ ਅਗਰ ਕਿਸਾਨ ਵੱਖਰੇ ਤੌਰ ਤੇ ਇਲੈਕਸ਼ਨ ਲੜਦੇ ਨੇ ਤੇ ਇਹਨਾਂ ਦੋਨੋਂ ਪਾਰਟੀਆਂ ਨੂੰ ਇਸ ਗੱਲ ਦਾ ਘਾਟਾ ਹੋ ਸਕਦਾ ਹੈ। ਇਸ ਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਇੱਕ ਤੋਂ ਵੱਧ ਵਾਰ ਕੀਤਾ ਹੈ। ਫਾਇਦਾ ਕਿਹਨੂੰ ਹੋਏਗਾ? ਫਾਇਦਾ ਹੁੰਦਾ ਹੈ ਭਾਜਪਾ ਨੂੰ, ਕਿਉਂਕਿ ਭਾਜਪਾ ਦਾ ਪਿੰਡਾਂ ਦੇ ਵਿੱਚ ਕੋਈ ਬਹੁਤਾ ਬੇਸ ਨਹੀਂ ਹੈਗਾ। ਜੇ ਅਰਬਨ ਵੋਟਰਸ ਨੂੰ ਲੁਭਾਉਣ ਦੇ ਵਿੱਚ ਭਾਜਪਾ ਕਾਮਯਾਬ ਹੁੰਦੀ ਹੈ, ਔਰ ਜਿੱਦਾਂ ਕਿ ਪਹਿਲੇ ਵੀ ਉਹ 23 ਸੀਟਾਂ ਅਰਬਨ ਵੋਟਰਸ ਦੀ ਅਰਬਨ ਸੀਟਾਂ ਹੀ ਲੜਦੀ ਰਹੀ ਸੀ, ਤੇ ਕਿਸੇ ਨਾ ਕਿਸੇ ਜਗ੍ਹਾ ਪਿੰਡਾਂ ਦੇ ਵਿੱਚ ਵੋਟਾਂ ਦੀ ਡਿਵੀਜ਼ਨ ਤੋਂ ਬਾਅਦ ਸਿੱਧਾ ਫਾਇਦਾ ਉਹ ਭਾਜਪਾ ਨੂੰ ਹੁੰਦਾ ਹੈ। ਇਹ ਤੇ ਕੋਈ ਵੀ ਜੇ ਨਿੱਕਾ ਮੋਟਾ ਵੀ ਪੋਲੀਟੀਕਲ ਐਕਸਪਰਟ ਹੈ, ਉਹ ਇਸ ਗੱਲ ਦੀ ਕੰਸੋ ਰੱਖਦਾ ਹੈ। ਹੁਣ ਗੱਲ ਹੈਗੀ ਹੈ ਕਿ ਇਹ ਜਦ ਫੈਸਲਾ ਲੈ ਲਿੱਤਾ ਗਿਆ ਔਰ ਕਿਸਾਨ ਡਿਵਾਈਡਡ ਹੋ ਗਿਆ, ਕਿਸਾਨ ਦੇ ਵਿੱਚੋਂ ਸਭ ਤੋਂ ਵੱਡਾ ਗਰੁੱਪ ਉਗਰਾਹਾਂ ਗਰੁੱਪ, ਉਹਨਾਂ ਨੇ ਚੋਣ ਨਾ ਲੜਨ ਦਾ ਫੈਸਲਾ ਲਿੱਤਾ ਔਰ ਇਹ ਵੀ ਕਿਹਾ ਕਿ ਆਪਾਂ ਇਹ ਸੰਯੁਕਤ ਸਮਾਜ ਮੋਰਚੇ ਨੂੰ ਕੋਈ ਸਪੋਰਟ ਨਹੀਂ ਕਰਦੇ, ਭਾਵੇਂ ਇਹਦਾ ਵਿਰੋਧ ਨਹੀਂ ਕਰਾਂਗੇ ਪਰ ਸਪੋਰਟ ਵੀ ਨਹੀਂ ਕਰਦੇ। ਯਾਨੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਿੱਲੀ ਤੇ ਬਾਰਡਰਾਂ ਦੇ ਵਿੱਚ 1 ਸਾਲ ਤੋਂ ਵੱਧ ਬਹਿ ਕੇ ਉਹ ਲੜਾਈ ਜਿਹੜੀ ਮੋਦੀ ਹੈ ਤਾਂ ਮੁਮਕਿਨ ਹੈ ਦੀ ਆਵਾਜ਼ ਦੇ ਵਿੱਚ ਨਾਮੁਮਕਿਨ ਜੀ ਲੱਗਦੀ ਸੀ, ਪਰ ਹੁਣ ਉਹ ਲੜਾਈ ਵੀ ਮੁਮਕਿਨ ਹੋਈ। ਲੜਾਈ ਜਿੱਤ ਕੇ ਇੱਥੇ ਆਏ, ਇੱਥੇ ਆ ਕੇ ਡਿਵਾਈਡ ਹੋਏ। ਡਿਵਾਈਡ ਹੋਣ ਤੋਂ ਬਾਅਦ ਰਾਜੇਵਾਲ ਉਹਨਾਂ ਇਲੈਕਸ਼ਨ ਲੜਨ ਦੀ ਇੱਛਾ ਰੱਖਦੇ ਸੀ। ਪਹਿਲੇ ਉਹ ਆਮ ਆਦਮੀ ਪਾਰਟੀ ਦੇ ਗਾਣੇ ਗਾਉਂਦੇ ਰਹੇ, ਸ਼ੋਲੇ ਗਾਉਂਦੇ ਰਹੇ, ਫਿਰ ਹੁਣ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਵੀ ਉਹ ਬੋਲਦੇ ਨੇ। ਕਹਿੰਦੇ ਨੇ ਕਿ ਇੱਕ ਮੈਂ ਪੈਨ ਡਰਾਈਵ ਦੇ ਕੇ ਆਇਆ ਸੀਗਾ ਕੇਜਰੀਵਾਲ ਨੂੰ, ਉਸ ਪੈਨ ਡਰਾਈਵ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਸਬੂਤ ਸੀਗੇ ਜਿਹਦੇ ਰਾਹੀਂ ਇਹ ਸਾਬਿਤ ਕੀਤਾ ਜਾਂਦਾ ਸੀਗਾ ਕਿ ਆਮ ਆਦਮੀ ਪਾਰਟੀ ਟਿਕਟਾਂ ਦੀ ਖਰੀਦ ਫਰੋਖਤ ਕਰ ਰਹੀ ਹੈ। ਪਰ ਚਲੋ ਉਸ ਗੱਲ ਦਾ ਜਵਾਬ ਤੇ ਕੱਲ ਕੇਜਰੀਵਾਲ ਉਹਨਾਂ ਨੇ ਦੇ ਦਿੱਤਾ। ਕਿੰਨਾ ਕੁ ਕਨਵਿੰਸਿੰਗ ਦਿੱਤਾ, ਕਿੰਨਾ ਕੁ ਅਨਕਨਵਿੰਸਿੰਗ ਦਿੱਤਾ, ਇਹ ਸਾਰੇ ਲੋਕ ਆਪਣੇ ਆਪ ਹੀ ਫੈਸਲਾ ਕਰਨਗੇ। ਪਰ ਹਾਂ, ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ 'ਚ ਟਿਕਟਾਂ ਦੀ ਵੰਡ ਹੋਈ ਹੈ, ਉਹਨੂੰ ਲੈ ਕੇ ਸਵਾਲੀਆ ਨਿਸ਼ਾਨ ਤੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਲੱਗਦੇ ਨੇ। ਹੁਣ ਆਮ ਆਦਮੀ ਪਾਰਟੀ ਦੀ ਆਈਟੀ ਸੈੱਲ ਨੂੰ ਇੱਕ ਕਲੀਅਰ ਇਨਸਟਰਕਸ਼ਨ ਜਾਰੀ ਹੋਈ ਹੈ, ਕਰ ਦੋ ਅਟੈਕ ਰਾਜੇਵਾਲ ਤੇ। ਯਾਨੀ ਕਿਉਂਕਿ ਅਗਰ ਆਈਟੀ ਦੀ ਗੱਲ ਕਰੀਏ, ਡਿਜੀਟਲ ਮੀਡੀਆ ਦੀ ਗੱਲ ਕਰੀਏ, ਤੇ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਭਾਜਪਾ ਦੇ ਆਈਟੀ ਸੈੱਲ ਤੋਂ ਵੀ ਵਧੀਆ ਤਰੀਕੇ ਨਾਲ ਕੰਮ ਕਰਨ ਦੀ ਸ਼ਮਤਾ ਹੀ ਨਹੀਂ ਰੱਖਦੀ, ਬਲਕਿ ਕਰ ਵੀ ਰਹੀ ਹੈ। ਜਦ ਤੋਂ ਕੈਂਪੇਨ ਡਿਜੀਟਲੀ ਜਿਹੜਾ ਅਨਾਉਂਸ ਹੋਇਆ ਕਿ ਵੀ ਤੁਸੀਂ ਫਿਜ਼ੀਕਲੀ ਰੈਲੀਆਂ ਨਹੀਂ ਕਰ ਸਕਦੇ, ਉਹਦੇ ਵਿੱਚ ਇਸ ਗੱਲ ਦਾ ਸਭ ਤੋਂ ਜ਼ਿਆਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਹੈ। ਭਾਜਪਾ ਉਹਦੇ ਵਿੱਚ ਦੂਜੇ ਨੰਬਰ ਤੇ ਆ ਰਹੀ ਹੈ, ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਆਉਂਦੀ ਹੈ। ਔਰ ਆਈਟੀ ਸੈੱਲ ਨੂੰ ਜਦੋਂ ਹੀ ਕੋਈ ਇਨਸਟਰਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਤੁਸੀਂ ਦੇਖੋ ਅਟੈਕ ਕਿੱਦਾਂ ਹੁੰਦਾ ਹੈ। ਅਟੈਕ ਇਨਸਟਰਕਸ਼ਨ ਹੋ ਗਈ ਹੈ, ਕੱਲ ਪਰਸੋਂ ਤੋਂ ਰਾਜੇਵਾਲ ਦੇ ਖਿਲਾਫ ਆਪ ਦੀ ਆਈਟੀ ਸੈੱਲ ਦਾ ਹਮਲਾ ਤੁਹਾਨੂੰ ਦੇਖਣ ਨੂੰ ਮਿਲੇਗਾ, ਔਰ ਹਮਲਾ ਤੇ ਅੱਜ ਵੀ ਕਰਤਾ। ਕਿਉਂਕਿ ਜਦੋਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਜਿਹੜੀ ਸੰਯੁਕਤ ਸਮਾਜ ਮੋਰਚਾ, ਜਿਹਦਾ 10-15 ਦਿਨ ਹੋਈ ਵੀ ਨਹੀਂ ਹੋਏ ਗਠਨ ਹੋਏ, ਉਹ ਹੁਣ ਇਲੈਕਸ਼ਨ ਕਮਿਸ਼ਨ ਰਜਿਸਟਰ ਕਰਨ ਜਾ ਰਿਹਾ ਹੈ। ਜਦ ਕਿ ਪ੍ਰੋਸੈਸ ਇਹ ਹੁੰਦਾ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਨਵੀਂ ਪੋਲੀਟੀਕਲ ਪਾਰਟੀ ਬਣਨੀ ਜਾਂਦੀ ਹੈ, ਉਹ ਆਪਣੀ ਐਪਲੀਕੇਸ਼ਨ ਦਿੰਦੇ ਨੇ, ਔਰ ਐਪਲੀਕੇਸ਼ਨ ਦੇਣ ਤੋਂ ਬਾਅਦ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੂੰ ਇਸ ਗੱਲ ਦੀ ਇਨਸਟਰਕਸ਼ਨ ਦਿੰਦੇ ਆ ਕਿ ਵੀ ਤੁਸੀਂ ਇਹ ਜਿਹੜਾ ਨਵਾਂ ਪਾਰਟੀ ਦਾ ਮੰਗ ਕਰ ਰਹੇ ਹੋ, ਇਹਦੇ ਰਿਗਾਰਡਿੰਗ ਤੁਸੀਂ 3 ਜਾਂ 4 ਪੇਪਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਦਿਓ, ਔਰ ਉਹ ਐਡਵਰਟਾਈਜ਼ਮੈਂਟ ਇਸ ਕਰਕੇ ਵੀ ਜੇ ਕਿਸੇ ਨੂੰ ਕੋਈ ਆਬਜੈਕਸ਼ਨ ਹੋਏ ਤੇ ਉਹ 30 ਦਿਨਾਂ ਦੇ ਅੰਦਰ ਅੰਦਰ ਆਪਣਾ ਆਬਜੈਕਸ਼ਨ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਰੱਖ ਸਕਦਾ ਹੈ। ਫਿਰ ਉਸ ਆਬਜੈਕਸ਼ਨ ਦੇ ਵੈਲਿਡ ਜਾਂ ਇਨਵੈਲਿਡ ਹੋਣ ਦੇ ਉੱਤੇ ਬਹਿਸ ਹੁੰਦੀ ਹੈ। ਉਸ ਤੋਂ ਬਾਅਦ ਕਿਤੇ ਜਾ ਕੇ ਪਾਰਟੀ ਰਜਿਸਟਰਡ ਹੁੰਦੀ ਹੈ, ਫਿਰ ਸਿੰਬਲ ਦੇ ਉੱਤੇ ਵੀ ਇਹੀ ਪ੍ਰੋਸੈਸ ਅਪਣਾਇਆ ਜਾਂਦਾ ਹੈ। ਪਰ ਇਹ ਸਾਰਾ ਪ੍ਰੋਸੈਸ ਬਾਈਪਾਸ ਕਰਕੇ ਸੰਯੁਕਤ ਸਮਾਜ ਮੋਰਚੇ ਨੂੰ ਕਿਹਾ ਜਾਂਦਾ ਹੈ ਕਿ ਵੀ ਇਲੈਕਸ਼ਨ ਕਮਿਸ਼ਨ ਰਜਿਸਟਰ ਕਰ ਰਿਹਾ ਹੈ, ਨਾ ਕੇਵਲ ਰਜਿਸਟਰ ਕਰ ਰਿਹਾ ਹੈ, ਸਿੰਬਲ ਵੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਰਾਘਵ ਚੱਡਾ ਉਹਨਾਂ ਨੇ ਇਲਜ਼ਾਮ ਲਾਤਾ ਕਿ ਇਹਦੇ ਪਿੱਛੇ ਭਾਜਪਾ ਹੈ, ਕਿਉਂਕਿ ਭਾਜਪਾ ਚਾਹੁੰਦੀ ਹੈ ਕਿ ਜਿਹੜੇ ਕਿਸਾਨ ਮੋਰਚਾ ਹੈਗਾ ਉਹ ਵੱਖਰੇ ਤੌਰ ਤੇ ਇਲੈਕਸ਼ਨ ਲੜੇ, ਜਿਹਦੇ ਕਰਕੇ ਉਹਨੂੰ ਫਾਇਦਾ ਹੋਏ। ਔਰ ਇਹ ਇਨਸਟਰਕਸ਼ਨ ਵੀ ਇਲੈਕਸ਼ਨ ਕਮਿਸ਼ਨ ਨੂੰ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੀ ਹੈ ਕਿ ਆਪਣੀ ਗਾਈਡਲਾਈਨਸ ਦੇ ਵਿੱਚ ਚੇਂਜ ਕਰਕੇ ਤੁਸੀਂ ਸੰਯੁਕਤ ਸਮਾਜ ਮੋਰਚਾ ਨੂੰ ਰਜਿਸਟਰ ਕਰੋ,
ਜਿਹਦੇ ਕਰਕੇ ਪੰਜਾਬ ਦੇ ਵਿੱਚ ਜਾਂ ਫਿਰ ਯੂਪੀ ਦੇ ਵਿੱਚ ਉਹਨਾਂ ਨੂੰ ਚੋਣਾਂ ਦਾ ਫਾਇਦਾ ਹੋ ਸਕੇ। ਇਹਦੇ ਨਾਲ ਕਿਸਾਨ ਡਾਇਰੈਕਟਲੀ ਡਿਵਾਈਡਡ ਹੁੰਦਾ, ਕਿਉਂਕਿ ਚਰੂਨੀ ਹੋਣਾ ਜੋ ਇਲੈਕਸ਼ਨ ਲੜਨ ਦਾ ਪਹਿਲੇ ਫੈਸਲਾ ਕਰ ਚੁੱਕੇ ਸੀਗੇ, ਜਿਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕ੍ਰਿਟੀਸਾਈਜ਼ ਕੀਤਾ ਸੀਗਾ, ਅੱਜ ਉਹ ਵੀ ਸੰਯੁਕਤ ਸਮਾਜ ਮੋਰਚੇ ਨਾਲ ਰਲੇ ਹੋਣ ਦੀ ਕੋਸ਼ਿਸ਼ ਤੇ ਕਰ ਰਹੇ ਸੀ, ਪਰ ਉਹਨਾਂ ਨੇ ਵੀ ਅੱਜ 25 ਸੀਟਾਂ ਮੰਗ ਕੇ ਆਪਣੇ ਆਪ ਨੂੰ ਸੰਯੁਕਤ ਸਮਾਜ ਮੋਰਚੇ ਤੋਂ ਵੱਖ ਕਰਨ ਦਾ ਫੈਸਲਾ ਕਰ ਲਿਆ। ਹਜੇ ਤੇ ਪਾਰਟੀ ਸ਼ੁਰੂ ਹੋਈ ਹੈ, ਲੜਾਈ ਅਭੀ ਜਾਰੀ ਹੈ। ਇਹ ਬਹੁਤ ਬਹੁਤ ਵੱਖਰੀ ਤਰ੍ਹਾਂ ਦੀ ਲੜਾਈ ਹੈ ਔਰ ਇਹਨੂੰ ਵੱਖਰੇ ਚਸ਼ਮੇ ਨਾਲ ਹੀ ਵੇਖਣਾ ਪਊਗਾ। ਹੁਣ ਸਿੱਧੀ ਨਜ਼ਰ ਨਾਲ ਸ਼ਾਇਦ ਉਹ ਚੀਜ਼ਾਂ ਨਜ਼ਰ ਨਾ ਆਉਣ ਜਿਹੜੀਆਂ ਪਰਦੇ ਤੋਂ ਪਿਛਲੇ ਬੰਨੇ ਵਰਕ ਕਰਦੀਆਂ, ਪਰ ਇਹ ਜਿਹੜਾ ਸਾਰਾ ਵਰਤਾਰਾ ਹੈ ਇਹਦੇ ਵਿੱਚ ਰਾਜੇਵਾਲ ਆਪਣੇ ਆਪ ਨੂੰ ਕਿਵੇਂ ਸਪਸ਼ਟ ਕਰਨਗੇ। ਦੇਖੋ, ਗਲਤੀ ਤਾਂ ਸਭ ਤੋਂ ਪਹਿਲਾਂ ਰਾਜੇਵਾਲ ਨੇ ਕੀਤੀ ਹੈ। ਜੇਕਰ ਉਹਨਾਂ ਦੀ ਆਮ ਆਦਮੀ ਪਾਰਟੀ ਨਾਲ ਕੋਈ ਗੱਲ ਚੱਲਦੀ ਵੀ ਸੀ ਤਾਂ ਉਹਨੂੰ ਮੇਰੇ ਖਿਆਲ ਇਸ਼ਤਿਹਾਰ ਬਣਾਉਣ ਦੀ ਐਡੀ ਲੋੜ ਨਹੀਂ ਸੀ। ਜੇ ਉਹ ਆਪਣੀ ਲੀਕ ਵੱਡੀ ਖਿੱਚਣਾ ਚਾਹੁੰਦੇ ਸੀ ਤਾਂ ਉਹ ਦੂਜੇ ਦੀ ਲੀਕ ਨੂੰ ਮੇਟਣ ਦੀ ਲੋੜ ਨਹੀਂ। ਜਿਹੜੇ ਇਲਜ਼ਾਮ ਉਹਨਾਂ ਨੇ ਲਾਏ ਆ, ਜੇ ਉਹਨਾਂ ਕੋਲ ਪੁਖਤਾ ਸਬੂਤ ਕੱਲ ਨੂੰ ਨਹੀਂ ਹੁੰਦੇ, ਜਿਹੜੀ ਟਿਕਟਾਂ ਦੀ ਖਰੀਦੋ ਫਰੋਖਤ ਦੀ ਗੱਲ ਉਹਨਾਂ ਕੀਤੀ ਹੈ, ਜੇ ਪੁਖਤਾ ਸਬੂਤ ਅੱਗੇ ਨਹੀਂ ਆਉਂਦੇ ਤਾਂ ਰਾਜੇਵਾਲ ਨੂੰ ਵੀ ਇਹ ਗੱਲ ਜਸਟੀਫਾਈ ਕਰਨੀ ਔਖੀ ਹੋ ਜਾਊਗੀ। ਜਦੋਂ ਤੁਸੀਂ ਇੱਕ ਵੱਖਰੀ ਰਾਹ ਤੇ ਚੱਲਦੇ ਹੁੰਦੇ ਹੋ ਤੇ ਤੁਹਾਨੂੰ ਆਪਣਾ ਜਿਹੜਾ ਤਰੀਕਾ ਉਹ ਵੀ ਵੱਖਰਾ ਹੀ ਰੱਖਣਾ ਚਾਹੀਦਾ। ਸੋ ਲੜਾਈ ਤਾਂ ਸ਼ੁਰੂ ਹੋਈ ਸੀ, ਤਿੱਖੀ ਹੋ ਗਈ। ਕਿੰਨੀ ਤਿੱਖੀ ਹੁੰਦੀ ਹੈ ਇਹ ਦੇਖਣਾ ਅਜੇ, ਕਿਉਂਕਿ ਅਜੇ ਤਿੱਖੀ ਹੋਣੀ ਹੈ। ਸਿੱਧੂ ਸਾਹਿਬ ਦਾ ਲੇਟੈਸਟ ਟਵੀਟ ਉਹ ਵੀ ਬੜਾ ਮੌਕੇ ਦਾ ਹੈ। ਆਮ ਆਦਮੀ ਪਾਰਟੀ ਕੋਲ ਚਿਹਰਾ ਹੈ ਨਹੀਂ, ਲੱਭਦੇ ਫਿਰਦੇ ਆ। ਪਹਿਲਾਂ ਕਹਿੰਦੇ ਸੀ ਭਗਵੰਤ ਮਾਨ ਵਾਲੀ ਗੱਲ, ਲੇਕਿਨ ਜੇ ਲੱਭਣੀ ਤੁਰੇ ਤਾਂ ਲੱਭਣ ਲਈ ਤਾਂ ਕੋਈ ਵੀ ਲੱਭਿਆ ਜਾ ਸਕਦਾ। ਕਹਿੰਦੇ ਨਾਮ ਹੀ ਗਵਾਚਾ ਹੋਵੇ ਤਾਂ ਵੀ ਲੱਭਣ 'ਚ ਨੁਕਸਾਨ ਤਾਂ ਹੁੰਦਾ ਹੀ ਨਹੀਂ। ਪਰ ਹੁਣ ਵੇਖਣ ਵਾਲੀ ਗੱਲ ਆ ਕਿ ਸਿੱਧੂ ਉਸ ਸਿਸਟਮ ਨੂੰ ਨੇਸ ਤੋਂ ਨਾਬੂਦ ਕਰਨ ਦੀ, ਡਿਮੋਲਿਸ਼ ਕਰਨ ਦੀ ਗੱਲ ਕਰ ਰਿਹਾ। ਉਹ ਜਿਹੜਾ ਕਹਿੰਦੇ ਆ ਜੀ ਸਾਡੇ ਗੁਰੂ ਲਈ ਇਨਸਾਫ ਦਾ ਨਹੀਂ ਦੇ ਸਕਦਾ, ਜਾਂ ਜਿਹੜਾ ਨਸ਼ੇ ਵਰਗੇ ਮਾਮਲਿਆਂ 'ਚ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਨਹੀਂ ਪਾ ਸਕਦਾ, ਉਹਨੂੰ ਤੁਸੀਂ ਤਹਿਸ ਨਹਿਸ ਕਰ ਦਿਓ। ਹੁਣ ਉਹ ਕਹਿੰਦੇ ਆ ਕਿ ਮੈਂ ਕਿਸੇ ਅਹੁਦੇ ਲਈ ਨਹੀਂ ਲੜਦਾ ਤੇ ਮੈਂ ਇਹ ਜਾਂ ਤਾਂ ਹੁਣ ਇਹ ਸਿਸਟਮ ਰਹੂਗਾ ਤੇ ਜਾਂ ਨਵਜੋਤ ਸਿੰਘ ਸਿੱਧੂ ਰਹੂਗਾ। ਤੇ ਤੁਸੀਂ ਇਹਦੇ ਤੇ ਟਿੱਪਣੀ ਤਾਂ ਕਰੋਗੇ ਹੀ। ਜੇ ਸਿੱਧੂ ਸਾਹਿਬ ਉੱਥੇ ਨਹੀਂ ਰਹਿਣਗੇ ਤੇ ਫਿਰ ਜਾਂ ਤਾਂ ਛੱਡ ਜਾਣਗੇ ਸਿਆਸਤ, ਮਤਲਬ ਸਿੱਧੂ ਨਹੀਂ ਰਹਿਣਗੇ ਤਾਂ ਫਿਰ ਤਾਂ ਬੇਮਾਨੇ ਹੋ ਗਈਆਂ ਗੱਲਾਂ। ਇੰਨੀ ਲੜਾਈ ਲੜਨ ਦੀ ਕੀ ਲੋੜ ਸੀ? ਪਤਾ ਹੀ ਸੀਗਾ ਕਿ ਤੁਸੀਂ ਪਹਿਲਾਂ ਵੀ 5 ਸਾਲਾਂ ਤੋਂ, ਪਹਿਲਾਂ ਹੋਰ 10 ਸਾਲਾਂ ਤੋਂ ਕੁਝ ਨਹੀਂ ਕਰ ਪਾ ਰਹੇ ਤੇ ਹੁਣ ਗਾਂ ਵੀ ਕੁਝ ਨਹੀਂ ਕਰ ਪਾਓਗੇ, ਕਿਉਂਕਿ ਤੁਹਾਨੂੰ ਅੱਗੇ ਤੇ ਵਧਾਇਆ ਹੀ ਨਹੀਂ ਗਿਆ। ਇਹਦੇ ਉੱਤੇ ਮੈਨੂੰ ਤੁਹਾਡੀ ਟਿੱਪਣੀ ਚਾਹੀਦੀ ਹੈ ਕਿ ਸਿੱਧੂ ਸਾਹਿਬ ਜੋ ਕਹਿ ਰਹੇ ਆ ਇਹਦੇ ਕੀ ਅਰਥ ਨੇ। ਕਾਂਗਰਸ ਦੇ ਵਿੱਚ 5 ਸਾਲ 'ਚ ਇਹ ਕੰਮ ਨਹੀਂ ਹੋਏ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਕਾਂਗਰਸ ਦੇ ਵਿੱਚ, ਕਿਉਂਕਿ ਅਕਾਲੀਆਂ ਵੇਲੇ ਤਾਂ ਇੱਕ ਹੋਣੇ ਹੀ ਨਹੀਂ ਸੀ, ਹੋ ਹੀ ਨਹੀਂ ਸਕਦੇ, ਕਿਉਂਕਿ ਤੁਸੀਂ ਤਾਂ ਦੋਸ਼ ਹੀ ਉਹਨਾਂ ਦੇ ਲਾ ਰਹੇ ਹੋ ਸਾਰੇ। ਤੇ ਮੈਨੂੰ ਇਹ ਸਮਝਾਓ ਕਿ ਜੇ ਉਹ ਆਪਣੀ ਪਾਰਟੀ ਜਾਂ ਆਪਣੀ ਪਾਰਟੀ ਦੇ ਸਿਸਟਮ ਦੇ ਉੱਤੇ ਜਾਂ ਉਹ ਸਰਕਾਰ ਦੇ ਸਿਸਟਮ ਦੇ ਉੱਤੇ ਲਾ ਰਿਹਾ, ਤੇ ਉਹ ਜਿਸ ਜਗ੍ਹਾ 'ਚ ਬੈਠੇ ਆ, ਜਿਨ੍ਹਾਂ ਦੇ ਨਾਲ ਨੇ, ਜਿਨ੍ਹਾਂ ਦੇ ਉਹ ਲੀਡਰ ਨੇ, ਜਿਨ੍ਹਾਂ ਦੇ ਉਹ ਪ੍ਰਧਾਨ ਨੇ, ਉਹਨੂੰ ਉਸੇ ਹੀ ਸਿਸਟਮ ਨੂੰ, ਜਿਸ ਸਿਸਟਮ ਨੂੰ ਉਹ ਲੀਡ ਕਰ ਰਿਹਾ, ਉਸੇ ਸਿਸਟਮ ਨੂੰ ਉਹ ਡਿਮੋਲਿਸ਼ ਕਰਨ ਦੀ ਗੱਲ ਕਰ ਰਿਹਾ। ਮੈਂ ਸਿੱਧੂ ਨੂੰ ਕਿੱਥੇ ਖੜਾ ਵੇਖਾਂ ਤੁਹਾਡੇ ਨਜ਼ਰੀਏ 'ਚ? ਮੈਨੂੰ ਸਮਝਣ ਦੀ ਮੈਂ ਕੋਸ਼ਿਸ਼ ਕਰਨੀ ਚਾਹੁੰਦਾ ਹੈ ਕਿ ਕੇਜਰੀਵਾਲ ਦੀ ਖੋਜ ਕਿਤੇ ਸਿੱਧੂ ਤੇ ਨਹੀਂ ਜਾ ਕੇ ਮੁੱਕੂਗੀ, ਜਾਂ ਹੁਣ ਕੇਜਰੀਵਾਲ ਜਾਂ ਨਵਜੋਤ ਸਿੰਘ ਸਿੱਧੂ ਜਾਂ ਭਗਵੰਤ ਮਾਨ ਚੌਥਾ ਕੋਈ ਹੋਰ ਹੈਗਾ ਤੇ ਉਹ ਤੇ ਮੈਨੂੰ ਦਿਸਦਾ ਨਹੀਂ। ਮੈਨੂੰ ਸਿੱਧੂ ਦੇ ਅੱਜ ਦੇ ਇਸ ਟਵੀਟ ਨੂੰ ਇਹਨਾਂ ਸਾਰੇ ਘਟਨਾਕ੍ਰਮਾਂ ਦੇ ਨਾਲ ਜੋੜ ਕੇ ਵਿਖਾਇਓ ਜ਼ਰਾ। ਰੰਧਾਵਾ ਜੀ, ਮੈਨੂੰ ਇਸ ਟਵੀਟ ਤੋਂ ਕੋਈ ਹੈਰਾਨੀ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਉਹਨਾਂ ਇੱਕ ਇਮਾਨਦਾਰ ਵਿਅਕਤੀ ਨੇ, ਪੋਲੀਟੀਸ਼ੀਅਨ ਚੰਗੇ ਨਹੀਂ ਹੈਗੇ, ਕਿਉਂਕਿ ਪੋਲੀਟੀਸ਼ੀਅਨ ਜਾਂ ਪੋਲੀਟਿਕਸ ਦੀ ਜਦ ਅਸੀਂ ਗੱਲ ਕਰਦੇ ਹਾਂ ਤੇ ਤੁਹਾਨੂੰ ਜਿਹੜਾ ਗਰਾਊਂਡ ਹੈ, ਪੋਲੀਟੀਕਲ ਗਰਾਊਂਡ ਹੈ, ਉਹਨੂੰ ਸਮਝਣ ਦੀ ਲੋੜ ਹੈ। ਜਿੱਦਾਂ ਕ੍ਰਿਕਟ ਦੀ ਲੈਂਗੁਏਜ ਦੇ ਵਿੱਚ ਕਹੀਏ ਤੇ ਜੇ ਅੱਛਾ ਬੈਟਸਮੈਨ ਜਾਂ ਅੱਛਾ ਬੋਲਰ ਹੋਏ ਤੇ ਉਹਨੂੰ ਪਿਚ ਨੂੰ ਪਹਿਲੇ ਸਟੱਡੀ ਕਰਨਾ ਪੈਂਦਾ ਹੈ, ਸਮਝਣਾ ਪੈਂਦਾ ਹੈ। ਏਦਾਂ ਹੀ ਪੋਲੀਟਿਕਸ ਦੇ ਵਿੱਚ ਜਿਹੜਾ ਗਰਾਊਂਡ ਹੈ ਉਹ ਤੁਹਾਡੇ ਵਾਸਤੇ ਕੰਡਿਊਸਿਵ ਹੈਗਾ ਜਾਂ ਨਹੀਂ ਹੈਗਾ, ਇਸ ਗੱਲ ਨੂੰ ਪਹਿਲੇ ਸਮਝਣਾ ਪੈਂਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਸਮਝ ਪਾ ਰਹੇ ਇਸ ਗੱਲ ਨੂੰ ਕਿ ਪੋਲੀਟੀਕਲ ਪਿਚ ਉਹਨਾਂ ਦੇ ਫੇਵਰ ਦੇ ਵਿੱਚ ਨਹੀਂ ਹੈ। ਔਰ ਉਹ ਵੀ ਖਾਸ ਕਰਕੇ ਪਿਛਲੇ 3-4 ਮਹੀਨਿਆਂ ਤੋਂ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਪੋਲੀਟੀਕਲੀ ਬਿਹੇਵ ਕਰ ਰਹੇ ਨੇ, ਉਹ ਗੱਲਾਂ ਬਹੁਤ ਚੰਗੀਆਂ। ਮੈਂ ਬਿਲਕੁਲ ਸਹੀ ਕਹਿ ਰਿਹਾ ਕਿ ਅਗਰ ਗੱਲ ਉਹ ਕਰਦੇ ਨੇ ਲਿਕਰ ਪਾਲਿਸੀ ਦੀ, ਮਾਈਨਿੰਗ ਪਾਲਿਸੀ ਦੀ, ਪੰਜਾਬ ਮਾਡਲ ਦੀ, ਤੇ ਉਹ ਗੱਲਾਂ ਵਧੀਆ ਕਰ ਰਹੇ ਨੇ, ਪਰ ਕਿਸੇ ਨਾ ਕਿਸੇ ਜਗ੍ਹਾ ਉਹ ਆਪਣੀ ਹੀ ਸਰਕਾਰ ਦੀ ਜਾਂ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਦੀ ਨਿਖੇਧੀ ਕਰਦੇ ਨੇ ਤੇ ਇਹ ਲੋਕਾਂ ਦੇ ਵਿੱਚ ਕੋਈ ਵਧੀਆ ਤਰੀਕੇ ਨਾਲ ਨਹੀਂ ਜਾ ਰਹੀ। ਔਰ ਇਹ ਗੱਲ ਵੀ ਪ੍ਰੂਵ ਹੋ ਰਹੀ ਹੈ ਕਿ ਵੀ ਸਿੱਧੂ ਟੀਮ ਵਿੱਚ ਕੰਮ ਨਹੀਂ ਕਰ ਸਕਦੇ। ਉਹ ਇਸ ਕਰਕੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਪ੍ਰਧਾਨ ਬਣਨ ਤੋਂ ਪਹਿਲੇ ਜਿਹੜੀ ਉਹਨਾਂ ਨੇ ਜਾਗੋ ਕੱਢੀ ਸੀ, ਉਹਦੇ ਵਿੱਚ ਬਹੁਤ ਸਾਰੇ ਕਈ ਏਦਾਂ ਦੇ ਚਿਹਰੇ ਸੀਗੇ ਜੋ
ਉਹਨਾਂ ਦੇ ਨਾਲ ਮੇਰੇ ਖਿਆਲ ਨਾਲ ਜਦ ਤੋਂ ਨਵੀਂ ਸਰਕਾਰ ਬਣੀ ਹੈ, ਉਹਨਾਂ ਨੇ ਸਟੇਜ ਸਾਂਝੀ ਤੇ ਦੂਰ ਦੀ ਗੱਲ ਹੈਗੀ ਹੈ, ਫੋਨ ਤੇ ਗੱਲ ਤੱਕ ਨਹੀਂ ਕੀਤੀ। ਉਹਨਾਂ ਵਿੱਚੋਂ ਸੁਖਜਿੰਦਰ ਰੰਧਾਵਾ ਉਹਨਾਂ ਦਾ ਇੱਕ ਵੱਡਾ ਨਾਂ ਹੈ, ਜਿਹੜੇ ਹੋਮ ਮਿਨਿਸਟਰ ਬਣਨ ਤੋਂ ਬਾਅਦ ਉਹਨਾਂ ਨੇ ਆਪ ਕਿਹਾ ਮੇਰੀ ਇੱਕ ਵਾਰ ਵੀ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ, ਨਾ ਹੀ ਕਦੀ ਇੱਕ ਫਰੇਮ ਦੇ ਵਿੱਚੋਂ ਕਦੀ ਨਜ਼ਰ ਆਏ ਨੇ। ਔਰ ਹੁਣ ਪ੍ਰਗਟ ਸਿੰਘ ਉਹਨਾਂ ਦੀ ਗੱਲ ਕਰੀਏ, ਪ੍ਰਗਟ ਸਿੰਘ ਉਹਨਾਂ ਬੜੇ ਕਲੋਜ਼ ਹੁੰਦੇ ਸੀਗੇ। ਕਿਹਾ ਜਾਂਦਾ ਸੀਗਾ ਕਿ ਪ੍ਰਗਟ ਸਿੰਘ ਔਰ ਨਵਜੋਤ ਸਿੰਘ ਸਿੱਧੂ ਉਹ ਦੋ ਜਿੰਦ ਇੱਕ ਜਾਨ ਨੇ, ਪਰ ਅੱਜ ਪ੍ਰਗਟ ਸਿੰਘ ਵੀ ਨਵਜੋਤ ਸਿੰਘ ਸਿੱਧੂ ਦੇ ਪੱਖ 'ਚ ਨਹੀਂ ਨਜ਼ਰ ਆਉਂਦੇ। ਉਹਦਾ ਕਸੂਰ ਪ੍ਰਗਟ ਸਿੰਘ ਦਾ ਨਹੀਂ, ਕਿਉਂਕਿ ਜਦ ਜਾਂ ਜਿਸ ਤਰੀਕੇ ਦੀ ਪੋਲਿਟਿਕਸ ਸਿੱਧੂ ਉਹਨਾਂ ਕਰਨਾ ਚਾਹੁੰਦੇ ਨੇ, ਤੇ ਉਹਨਾਂ ਦੇ ਨਾਲ ਇੱਕ ਵੀ ਕਾਂਗਰਸੀ, ਭਾਵੇਂ ਉਹਨਾਂ ਦੇ 4 ਕਾਰਜਕਾਰੀ ਪ੍ਰਧਾਨ ਹੋਣ, ਕਿੱਥੇ ਗਏ ਨੇ ਉਹ 4 ਕਾਰਜਕਾਰੀ ਪ੍ਰਧਾਨ? ਨਾਗਰਾ ਜੀ ਨਜ਼ਰ ਆਏ ਨੇ ਸਿੱਧੂ ਉਹਨਾਂ ਦੇ ਨਾਲ, ਜਾਂ ਫਿਰ ਉਹ ਸੁਖਜਿੰਦਰ ਡੈਨੀ, ਜਾਂ ਫਿਰ ਪਵਨ ਗੋਇਲ, ਔਰ ਚੌਥੇ ਜਿਹੜੇ ਗਿਲਜੀਆ ਉਹਨਾਂ ਦੇ ਚਲੋ ਮੰਤਰੀ ਬਣ ਗਏ। ਯਾਨੀ ਕਿ ਜਦ ਤੁਸੀਂ ਰਾਜਨੀਤੀ ਦੇ ਵਿੱਚ ਹਵਾ ਦੇ ਰੁਖ ਦੇ ਖਿਲਾਫ ਚੱਲਣ ਦੀ ਕੋਸ਼ਿਸ਼ ਕਰਦੇ ਹੋ, ਜਾਂ ਹਵਾ ਦੇ ਰੁਖ ਦੇ ਖਿਲਾਫ ਤੈਰਨ ਦੀ ਕੋਸ਼ਿਸ਼ ਕਰਦੇ ਹੋ, ਤੇ ਤੁਸੀਂ ਡੁੱਬ ਜਾਂਦੇ ਹੋ। ਔਰ ਇਹੀ ਕੁਝ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਹੋ ਰਿਹਾ ਹੈ। ਉਹ ਹੁਣ ਕਹਿੰਦੇ ਨੇ ਮੈਂ ਸਿਸਟਮ ਨੂੰ ਚੇਂਜ, ਜਾਂ ਤਾਂ ਸਿਸਟਮ ਰਹੇਗਾ ਜਾਂ ਸਿੱਧੂ ਰਹੇਗਾ। ਇਹੀ ਗੱਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬਾਰੇ ਵੀ ਕਹੀ ਸੀ ਵੀ ਮੈਂ ਇਹ ਕਰਨਾ ਚਾਹੁੰਦਾ ਸੀ, ਸਿਸਟਮ ਕਹਿੰਦਾ ਨਹੀਂ, ਮੈਂ ਉਹ ਕਰਨਾ ਚਾਹੁੰਦਾ ਸੀ, ਸਿਸਟਮ ਕਹਿੰਦਾ ਨਹੀਂ। ਪਹਿਲੇ ਸਿਸਟਮ ਸਿੰਘ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ, ਹੁਣ ਉਹ ਸਿਸਟਮ ਸਿੰਘ ਕਹਿਣਾ ਚਾਹੁੰਦੇ ਨੇ ਚੰਨੀ ਉਹਨਾਂ ਨੂੰ। ਹਾਂ, ਜਿਹੜਾ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇਗਾ ਸਿਸਟਮ ਤੇ ਉਹਦੇ ਹਿਸਾਬ ਨਾਲ ਹੀ ਚੱਲੇਗਾ। ਔਰ ਜੇ ਤੁਸੀਂ ਕ੍ਰਿਟਿਸਾਈਜ਼, ਕੰਪਲੇਨਿੰਗ ਐਟੀਟਿਊਡ ਦੇ ਨਾਲ ਰਾਜਨੀਤੀ ਕਰਨਾ ਚਾਹੁੰਦੇ ਹੋ, ਤੇ ਲੋਕ ਤੁਹਾਨੂੰ ਲਾਈਕ ਨਹੀਂ ਕਰਦੇ। ਨਵਜੋਤ ਸਿੰਘ ਸਿੱਧੂ ਨੂੰ ਜਿੰਨੀ ਜਲਦੀ ਇਹ ਗੱਲ ਸਮਝ ਆ ਜਾਏ, ਉਹਨਾਂ ਜਲਦੀ ਉਹਨਾਂ ਵਾਸਤੇ ਅੱਛੀ ਗੱਲ ਹੈ, ਗੱਲਾਂ ਉਹਨਾਂ ਦੀ ਸਹੀ ਹੈ। ਪਰ ਜੋ ਐਟੀਟਿਊਡ ਹੈ ਉਹਨਾਂ ਦਾ, ਉਸ ਦੇ ਰਾਹੀਂ ਉਹ ਆਪਣੇ ਆਪ ਵਾਸਤੇ ਖੁਦ ਭਸਮਾਸੁਰ ਬਣੇ ਹੋਏ ਨੇ। ਪਿੱਛੇ ਜੇ ਗਲਤੀ ਨਾਲ ਆਪਣੇ ਉੱਤੇ ਹੱਥ ਰੱਖਦਾ ਤੇ ਆਪ ਖਤਮ। ਮੈਨੂੰ ਇਹ ਲੱਗਦਾ ਹੈ ਇਸ ਗੱਲ ਨੂੰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜਾਂ ਉਹਨਾਂ ਦੇ ਐਡਵਾਈਜ਼ਰਾਂ ਨੂੰ ਸਮਝ ਲੈਣਾ ਚਾਹੀਦਾ ਹੈ। ਸਮੇਂ ਦੀ ਨਜ਼ਾਕਤ ਨੂੰ ਸਮਝ ਕੇ ਆਪਣੀ ਅਗਲੀ ਪੋਲੀਟੀਕਲ ਮੂਵ ਚੱਲਣੀ ਚਾਹੀਦੀ ਹੈ। ਜੇ ਸਮੇਂ ਦੇ ਹਿਸਾਬ ਨਾਲ ਨਹੀਂ ਚੱਲੋਗੇ ਤੇ ਡੁੱਬ ਜਾਓਗੇ। ਸਿੱਧੂ ਸਾਹਿਬ ਸ਼ਾਇਦ ਉਦੋਂ ਤੋਂ ਬਹੁਤ ਗਲਤੀਆਂ ਕਰ ਰਹੇ ਆ ਜਿਸ ਤੋਂ ਉਹਨਾਂ ਨੂੰ ਪ੍ਰਦੇਸ਼ ਦਾ ਪ੍ਰਧਾਨ ਲਾਤਾ ਗਿਆ। ਤੁਹਾਨੂੰ ਯਾਦ ਹੋਣਾ, ਜੇ ਕੈਪਟਨ ਅਮਰਿੰਦਰ ਸਿੰਘ ਆਪਣੇ ਹਉਮੈ ਨੂੰ ਪਾਸੇ ਰੱਖ ਕੇ, ਕਿਉਂਕਿ ਉਹ ਲੜਾਈ ਨਵਜੋਤ ਸਿੰਘ ਸਿੱਧੂ ਜਿੱਤ ਗਏ ਸੀ, ਔਰ ਉਹ ਲੜਾਈ ਬਾਕੀ ਲੋਕਾਂ ਕਰਕੇ ਜਿੱਤੇ ਸੀ, ਸਿੱਧੂ ਬਨਾਮ ਕੈਪਟਨ ਕਰਕੇ ਨਹੀਂ ਸੀ। ਅੰਦਰ ਬਹੁਤ ਵੱਡਾ ਰਫੜ ਸੀ ਔਰ ਹਾਈ ਕਮਾਂਡ ਚਾਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ। ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਲੈਣ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਸਾਰਾ ਤਾਮਝਾਮ ਉਹਨਾਂ ਦੀ ਤਾਜਪੋਸ਼ੀ 'ਚ ਖੜਾ ਸੀ, ਉਸੇ ਦਿਨ ਹੀ ਨੈਰੇਟਿਵ ਸੈੱਟ ਕਰ ਦਿੰਦੇ ਆ, ਔਰ ਉਹ ਕੋਈ ਬਹੁਤਾ ਵਧੀਆ ਤਰੀਕਾ ਨਹੀਂ ਸੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੋਂ ਉਹ ਜੋ ਵੀ ਚਾਹੁੰਦੇ, ਜੇ ਉਸ ਦਿਨ ਉਹ ਥੋੜਾ ਜਿਹਾ ਸੈਟਲ ਹੋ ਕੇ ਚੱਲਦੇ, ਪੰਜਾਬ ਦੇ ਬਹੁਤੇ ਮਸਲੇ ਐਡਰੈਸ ਹੋ ਸਕਦੇ ਸੀ। ਕਿਉਂਕਿ ਸਤੰਬਰ, ਤੁਹਾਨੂੰ ਯਾਦ ਹੋਣਾ, ਸਤੰਬਰ ਮਹੀਨੇ ਤੋਂ ਵੀ ਪਹਿਲਾਂ ਦੀ ਗੱਲ, ਅਗਸਤ ਦੀ ਗੱਲ, ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਕੰਮ ਉਹ ਪਾਰਟੀ ਤੋਂ ਕਰਾ ਸਕਦੇ ਸੀ, ਆਪਣੀ ਸਰਕਾਰ ਤੋਂ। ਲੇਕਿਨ ਉਹਨਾਂ ਨੇ ਲੜਾਈ ਨੂੰ ਅਹਿਮ ਰੱਖਿਆ, ਕਿਉਂਕਿ ਜੇ ਉਹ ਜਿੰਨੇ ਵੀ ਕੰਮ ਕਰਾਉਂਦੇ, ਚੁੱਪ ਕਰਕੇ ਵੀ ਕਰਵਾਉਂਦੇ, ਨਵਜੋਤ ਸਿੰਘ ਸਿੱਧੂ ਦੇ ਖਾਤੇ 'ਚ ਪੈਣਾ ਸੀ। ਕਿਉਂਕਿ ਇੱਕ ਪ੍ਰੈਸ਼ਰ ਗਰੁੱਪ ਬਣ ਗਿਆ ਸੀਗਾ, ਉਹਨਾਂ ਦੇ ਨਾਲ 4-5 ਹੋਰ ਪ੍ਰਧਾਨ ਵੀ ਲਾਤੇ ਗਏ ਸੀਗੇ। ਔਰ ਮੈਨੂੰ ਲੱਗਦਾ ਕਿ ਭਾਵੇਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਸਾਈਨਾਂ ਨਾਲ ਕੰਮ ਹੁੰਦੇ, ਖਾਤੇ ਸਿੱਧੂ ਦੇ 'ਚ ਪੈਣੇ ਸੀ। ਤੇ ਫਿਰ ਜਦੋਂ ਚੰਨੀ ਦੀ ਤਾਜਪੋਸ਼ੀ ਹੁੰਦੀ ਹੈ ਬਤੌਰ ਮੁੱਖ ਮੰਤਰੀ, ਉਸ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਦੇ ਖਾਤੇ 'ਚ ਸਾਰੇ ਕੰਮ ਪੈਣੇ ਸੀ, ਜੇ ਉਹ ਢੰਗ ਨਾਲ ਚੱਲਦੇ ਤਾਂ। ਲੇਕਿਨ ਜਿਹੜੀ ਇੱਕ ਖਾਹਿਸ਼ ਵੱਡੀ ਹੁੰਦੀ ਗਈ, ਉਹਨੇ ਨਵਜੋਤ ਸਿੰਘ ਸਿੱਧੂ ਨੂੰ ਅੱਜ, ਭਾਵੇਂ ਉਹ ਕਹਿ ਰਹੇ ਮੈਂ ਕਿਸੇ ਅਹੁਦੇ ਦੀ ਦੌੜ 'ਚ ਨਹੀਂ, ਲੇਕਿਨ ਲੱਗਦਾ ਹੀ ਇੰਜ ਪਿਆ ਕਿ ਉਹ ਅਹੁਦੇ ਦੀ ਦੌੜ 'ਚ ਹੈ। ਉਪਰੀ ਨਜ਼ਰੇ ਦੇਖਿਆ ਵੀ ਇੰਜ ਹੀ ਲੱਗਦਾ ਹੈ, ਤੇ ਨੀਚ ਲਾ ਕੇ ਦੇਖਿਆ ਵੀ ਇੰਜ ਹੀ ਲੱਗਦਾ ਹੈ। ਸੋ ਸਿੱਧੂ ਨੂੰ ਆਪਣੇ ਐਟੀਟਿਊਡ ਦੇ ਵਿੱਚ ਬਦਲਾਅ ਕਰਨਾ ਪਊਗਾ ਜੇ ਉਹਨਾਂ ਨੇ ਪੋਲਿਟਿਕਸ ਵਿੱਚ ਰਹਿਣਾ। ਹਾਂ, ਉਹ ਪੋਲਿਟਿਕਸ ਸੱਚੀ ਸੁੱਚੀ ਹੈ, ਪੋਲਿਟਿਕਸ ਦੇ ਵਿੱਚ ਕੋਈ ਗੰਦਲਾਪਣ ਨਹੀਂਗਾ। ਉਹਨਾਂ ਦੀਆਂ ਪਾਲਿਸੀਜ਼ ਜੋ ਕਹਿ ਰਹੇ ਨੇ ਉਹ ਵੀ ਬੜੀਆਂ ਚੰਗੀਆਂ, ਪਰ ਇਹ ਨਹੀਂ ਹੁੰਦਾ ਕਿ ਤੁਸੀਂ ਇਕੱਲੇ ਕਰੇ ਕੋਈ ਲੜਾਈ ਜਿੱਤ ਜਾਓ। ਨਵਜੋਤ ਸਿੰਘ ਸਿੱਧੂ ਅੱਜ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਪਿੱਛੇ ਕਿੰਨੇ ਬੰਦੇ ਖੜੇ ਆ। ਉਹ ਆਪਣੀ ਪਾਰਟੀ ਦੇ ਵਿੱਚ ਧੜਾ ਬਣਾਉਣ ਦੇ ਵਿੱਚ ਵੀ ਕਾਮਯਾਬ ਨਹੀਂ ਹੋਏ। ਉਹ ਅੱਜ ਵੀ ਦੂਜਿਆਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਅਸਫਲ ਸਿੱਧ ਹੋ ਰਿਹਾ। ਨਵਜੋਤ ਸਿੰਘ ਸਿੱਧੂ ਨੇ ਬਤੌਰ ਕੈਪਟਨ ਜੇ ਆਪਣੇ ਆਪ ਨੂੰ ਸਾਬਤ ਕਰਨਾ ਹੈ, ਪ੍ਰਦੇਸ਼ ਕਾਂਗਰਸ ਦੀ ਵੀ ਟੀਮ ਕੋਈ ਬਹੁਤ ਸੋਹਣੀ ਨਹੀਂ ਉਹ ਬਣਾ ਸਕੇ। ਸੋ ਮੈਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਉਹ ਰਹਿਣਾ ਹੀ ਨਹੀਂ ਚਾਹ ਰਹੇ। ਕਾਂਗਰਸ ਕਲਚਰ, ਠੀਕ ਉਹਨਾਂ ਨੇ ਕਿਹਾ ਸੀ ਆਸ਼ੂ ਨੇ ਕਿ ਇਹਨਾਂ ਨੂੰ ਸਿੱਖਣਾ ਪਊਗਾ, ਸ਼ਾਇਦ ਉਹ ਕਲਚਰ ਨਵਜੋਤ ਸਿੰਘ ਸਿੱਧੂ ਦੇ ਹਾਣ ਦਾ ਨਹੀਂ, ਜਾਂ ਉਹਨਾਂ ਦੇ ਮੇਚ ਨਹੀਂ ਆ ਰਿਹਾ। ਉਹਨਾਂ ਨੂੰ ਹੁਣ ਇਹ ਫੈਸਲਾ ਕਰ ਲੈਣਾ ਪਊਗਾ, ਜਾਂ ਉਹ ਫੈਸਲਾ ਕਰਨਗੇ ਹੀ। ਮੇਰੇ ਖਿਆਲ ਭਾਸਕਰ ਸਾਹਿਬ ਤੁਸੀਂ ਕੁਝ ਨਹੀਂ ਕਹੋਗੇ, ਅਸੀਂ ਬਹੁਤ ਅੱਗੇ ਲੰਘ ਆਏ ਹਾਂ। ਜੇ ਕੋਈ ਆਖਰੀ ਟਿੱਪਣੀ ਦੇਣੀ ਤੇ ਦੇ ਦਿਓ। ਨਹੀਂ, ਬਿਲਕੁਲ ਠੀਕ ਕਹਿ ਰਹੇ ਹੋ। ਜੋ ਵੀ ਤੁਸੀਂ ਕਹਿ ਰਹੇ ਹੋ ਕਿ ਸਿੱਧੂ ਉਹਨਾਂ ਰੇਸ 'ਚ ਤੇ ਸੀਗੇ,
ਪਰ ਤੇ ਹੁਣ ਤੇ ਉਹ ਏਦਾਂ ਲੱਗਦਾ ਜਿੱਦਾਂ ਪੋਡੀਅਮ ਦੇ 1 ਨੰਬਰ ਦੇ ਪੋਡੀਅਮ ਤੇ ਚੜ੍ਹ ਕੇ ਹੀ ਬਹਿ ਗਏ ਨੇ ਕਿ ਮੈਂ ਨਹੀਂ ਉਤਰਨਾ ਹੁਣ, ਮੈਨੂੰ ਇੱਥੇ ਖੜਾ ਕਰੋ। ਉਹ ਚੀਜ਼ ਗਲਤ ਹੈਗੀ ਹੈ ਔਰ ਇਹ ਗੱਲ ਸਿੱਧੂ ਹੋਰਾਂ ਜਿੰਨੀ ਛੇਤੀ ਸਮਝ ਜਾਣਗੇ, ਉਹਨਾਂ ਵਾਸਤੇ ਚੰਗਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।